ਹਾਂਜੀ, ਆਪਣੇ ਕੋਲ ਜੋ 23 ਸਤੰਬਰ ਦਾ ਪੇਪਰ ਸੀਗਾ ਇਲੈਕਸ਼ਨ ਕਾਨਗੋ ਦਾ, ਉਸ ਨੂੰ ਆਪਾਂ ਸੋਲਵ ਕਰ ਰਹੇ ਹਾਂ ਇਸ ਲੈਕਚਰ ਦੇ ਵਿੱਚ। ਤਾਂ 26 ਤੋਂ ਜੋ ਮੈਥ ਪੋਰਸ਼ਨ ਆ ਉਹ ਸਟਾਰਟ ਹੁੰਦਾ, ਮੈਥ ਤੇ ਰੀਜ਼ਨਿੰਗ। ਤਾਂ ਆਪਾਂ 26 ਤੋਂ ਆਪਾਂ ਮੈਥ ਪੋਰਸ਼ਨ ਸਟਾਰਟ ਕਰ ਰਹੇ ਹਾਂ। ਇਸ ਤੋਂ ਬਾਅਦ ਜੇ ਆਪਾਂ ਬਾਕੀ ਪੋਰਸ਼ਨ ਹੈ ਉਹ ਵੀ ਦੇਖਾਂਗੇ। ਤਾਂ ਕੁਐਸਚਨ ਨੰਬਰ 26 ਹੈ ਜੀ, ਆਪਾਂ ਨੂੰ ਇੱਕ ਟੇਬਲ ਗਿਵਨ ਹੈ, ਸਟੱਡੀ ਦਾ ਫੋਲੋਇੰਗ ਟੇਬਲ ਐਂਡ ਆਂਸਰ ਦਾ ਕੁਐਸਚਨ। ਤਾਂ ਕੁਐਸਚਨ ਕੀ ਹੈ ਜੀ ਆਪਣੇ ਕੋਲੇ, the classification of 100 students based on marks obtained by them in physics and chemistry in an examination are given in the above table। ਕਹਿੰਦਾ 100 ਬੱਚਿਆਂ ਦੇ ਕੁਝ ਮਾਰਕਸ ਗਿਵਨ ਨੇ, ਜਿਹਦੇ ਵਿੱਚੋਂ ਕੈਮਿਸਟਰੀ ਐਂਡ ਫਿਜ਼ਿਕਸ ਦੇ ਵਿੱਚੋਂ। ਤਾਂ if it is known that at least 23 students were eligible for the symposium on chemistry, then minimum qualifying marks in the chemistry for the eligibility to symposium would lie in which range। ਦੇਖੋ ਜੀ ਕੀ ਕਿਹਾ, ਕਹਿੰਦਾ ਕੈਮਿਸਟਰੀ ਦੇ ਵਿੱਚੋਂ ਜਿਹੜੇ ਮਿਨੀਮਮ ਕੁਆਲੀਫਾਈਂਗ ਮਾਰਕਸ ਪਤਾ ਕਰਨੇ ਨੇ। ਆਪਾਂ ਨੂੰ ਇਹ ਚੀਜ਼ ਪਤਾ ਕਿ 23 ਬੱਚਿਆਂ ਦੀ ਕੀ ਹੋਈ ਹੈ, ਸਿਲੈਕਸ਼ਨ ਹੋਈ ਹੈ। 23 ਬੱਚਿਆਂ ਦੀ ਕੀ ਹੋਈ ਹੈ, ਸਿਲੈਕਸ਼ਨ ਹੋਈ ਹੈਗੀ ਕੈਮਿਸਟਰੀ ਦੇ ਵਿੱਚ। ਤਾਂ ਕਹਿੰਦਾ ਉਸਦੀ ਰੇਂਜ ਕੀ ਹੋ ਸਕਦੀ ਹੈ। ਤਾਂ ਹੁਣ ਮਾਰਕਸ ਦੇਖੋ ਕਿਵੇਂ ਆਏ ਨੇ। ਪਹਿਲਾਂ ਕੀ ਲਿਖਿਆ ਹੈ, 0 ਐਂਡ ਅਬਵ, ਜਾਂ ਕਿਸੇ ਦੇ 0 ਮਾਰਕਸ ਜਾਂ ਉਦੋਂ ਉੱਪਰ। ਤਾਂ ਸਾਰੇ ਬੱਚੇ ਆ ਗਏ 100 ਦੇ 100 ਹੀ ਹੋਣਗੇ। 20 ਤੋਂ ਉੱਪਰ ਕਿੰਨੇ ਨੇ, 92 ਨੇ। ਇਹਦੇ ਵਿੱਚੋਂ ਇਸ ਸਬਜੈਕਟ ਦੇ ਵਿੱਚੋਂ ਫਿਜ਼ਿਕਸ ਦੇ ਵਿੱਚੋਂ 30 ਤੋਂ ਉੱਪਰ ਕਿੰਨੇ ਨੇ, 30 ਜਾਂ ਉਸ ਤੋਂ ਵੱਧ 80 ਬੱਚਿਆਂ ਦੇ ਨੇ। 40 ਐਂਡ ਅਬਵ 32 ਦੇ ਨੇ, ਐਂਡ 50 ਮਾਰਕਸ ਕੰਪਲੀਟ ਨੇ 9 ਦੇ। ਐਵੇਂ ਆਪਾਂ ਨੂੰ ਕੈਮਿਸਟਰੀ ਦੇ ਗਿਵਨ ਨੇ 4, 21, 61 ਸੌਰੀ 66, 81 ਤੇ 100। ਤਾਂ ਹੁਣ ਦੇਖੋ ਇਹਨਾਂ ਨੇ ਆਪਾਂ ਨੂੰ ਕੁਐਸਚਨ 'ਚ ਕੀ ਕਿਹਾ ਹੈਗਾ ਵੀ 23 ਬੱਚਿਆਂ ਦੀ ਹੋਈ ਹੈ ਸਿਲੈਕਸ਼ਨ। ਤਾਂ ਇਹ 4 ਦੇ 4 ਦੀ ਤਾਂ ਹੋਊਗੀ, ਕਿਉਂਕਿ ਇਹਨਾਂ ਦੇ ਮਾਰਕਸ ਕਿੰਨੇ ਨੇ ਜੀ, ਇਹਨਾਂ ਦੇ ਮਾਰਕਸ ਨੇ 50 ਮਾਰਕਸ ਨੇ। ਹੁਣ ਆਪਾਂ ਆਪਸ਼ਨ ਦੇਖਦੇ ਹਾਂ ਕੀ ਨੇ ਆਪਣੇ ਕੋਲ। ਆਪਸ਼ਨ ਨੇ ਜੀ, ਤਾਂ ਇਹਨਾਂ ਨੇ ਪੁੱਛਿਆ ਵੀ ਉਸਦੀ ਮਾਰਕਸ ਦੀ ਰੇਂਜ ਕਿੰਨੀ ਹੋਊਗੀ, 40 ਤੋਂ 45, 30 ਤੋਂ 40, 20, 30, ਬਿਲੋ 20। ਤਾਂ ਹੁਣ ਇੱਕ ਸਿੰਪਲ ਜੀ ਗੱਲ ਹੈ ਕਿ 17 ਬੱਚੇ ਆਪਾਂ ਨੇ ਹੋਰ ਕਰਨੇ, ਸੌਰੀ ਕੁੱਲ 23 ਬੱਚਿਆਂ ਦੀ ਹੋਈ ਹੈ ਸਿਲੈਕਸ਼ਨ। 4 ਤਾਂ ਇਹ ਹੋ ਗਏ ਤੇ 19 ਬੱਚੇ ਇਹਦੇ ਵਿੱਚੋਂ ਆਉਣਗੇ। ਮਤਲਬ ਕਿ ਜੇ 19 ਇਸ ਚੋਂ ਆਉਣਗੇ, ਮਤਲਬ ਕਿ ਜਿਹੜੀ ਫਿਰ ਜੋ ਵੀ ਨੰਬਰਾਂ ਦੀ ਰੇਂਜ ਹੋਊ 40 ਤੋਂ ਉੱਪਰ ਵਾਲੀ ਹੋਊਗੀ ਰੇਂਜ। ਹੋ ਸਕਦਾ 40 ਤੋਂ 45 ਹੋਵੇ, ਜਾਂ ਫਿਰ 40 ਤੋਂ ਲੈ ਕੇ 50 ਦੇ ਵਿੱਚ ਜੋ ਵੀ ਹੋਊਗੀ ਰੇਂਜ, ਉਹ ਆਪਣਾ ਆਂਸਰ ਹੋਊਗਾ। ਤਾਂ ਆਪਸ਼ਨ ਏ ਇਹਦਾ ਸਹੀ ਆਂਸਰ ਹੈ ਜੀ, 40 ਤੋਂ 45। ਕਿਉਂਕਿ ਜੇ 30 ਤੋਂ ਉੱਪਰ ਦੀ ਰੇਂਜ ਹੁੰਦੀ ਤਾਂ 66 ਬੱਚਿਆਂ ਦੀ ਸਿਲੈਕਸ਼ਨ, ਮਤਲਬ ਕਿ ਨੀਅਰ ਅਬਾਊਟ 50 ਜਾਂ 60 ਬੱਚਿਆਂ ਦੀ ਸਿਲੈਕਸ਼ਨ ਹੋਣੀ ਸੀ। ਤਾਂ ਸਿਰਫ ਏ ਆਪਸ਼ਨ ਹੀ ਇਹਦਾ ਸਹੀ ਆਂਸਰ ਬਣਦੀ ਹੈ ਗਿਵਨ ਆਪਸ਼ਨ ਦੇ ਵਿੱਚੋਂ। ਤਾਂ ਇਹ ਸੀ ਕੁਐਸਚਨ ਨੰਬਰ 26। ਅੱਗੇ ਦੇਖਦੇ ਹਾਂ ਜੀ ਆਪਾਂ ਕੁਐਸਚਨ ਨੰਬਰ 27। ਹਾਂਜੀ, ਕੁਐਸਚਨ ਨੰਬਰ 27 ਹੈ, a dealer makes article at a price gives him a profit of 30%। ਕਹਿੰਦਾ ਇੱਕ ਡੀਲਰ ਨੇ ਇੱਕ ਆਰਟੀਕਲ ਦਾ ਜਿਹੜਾ ਪ੍ਰਾਈਸ ਸੀਗਾ ਉਹ ਮਾਰਕ ਕਰਤਾ, ਜਿਹੜਾ ਕਿ ਉਹਨੂੰ 30% ਪ੍ਰੋਫਿਟ ਦੇਊਗਾ। 6% ਆਫ ਦਾ ਕੰਸਾਈਨਮੈਂਟ ਆਫ ਦਾ ਗੁਡਸ ਵਾਸ ਲੋਸਟ ਇਨ ਫਾਇਰ ਇਨ ਹਿਸ ਪਰਮਿਸਿਸ। 6% ਜਿਹੜੀਆਂ ਕੰਸਾਈਨਮੈਂਟ ਸੀਗੀਆਂ, ਮਤਲਬ ਉਹਦੀਆਂ ਚੀਜ਼ਾਂ ਸੀਗੀਆਂ, ਉਹਦੀਆਂ ਖਰਾਬ ਹੋ ਗਈਆਂ। 24% ਵਾਸ ਸੋਇਲਡ, 24% ਵੀ ਉਹਦਾ ਸਮਾਨ ਖਰਾਬ ਹੋ ਗਿਆ। ਹੈਡ ਟੂ ਬੀ ਸੋਲਡ ਐਟ ਹਾਫ ਆਫ ਦਾ ਕੋਸਟ, ਤਾਂ ਉਹਨੇ ਅੱਧੀ ਕੋਸਟ ਦੇ ਵੇਚਿਆ, ਮਤਲਬ ਕਿ ਉਹਨੂੰ 50% ਦਾ ਲਾਸ ਹੋ ਗਿਆ ਉਹਦੇ। ਇਟ ਮੀਨਸ if the remainder was sold at the mark price, what percentage of profit or loss did dealer make on the consignment। देखो जी बहुत सिंपल क्वेश्चन है, किवें करांगे। प्रॉफिट एंड लॉस का उसका क्वेश्चन है, डिस्काउंट का मतलब कि मेनली है प्रॉफिट एंड लॉस का क्वेश्चन। देखो जी की 6% तो जिहड़ियां कंसाइनमेंट की होगी डैमेज होगी, मतलब कि ਇਹਦਾ मतलब कि ਇਹਨੂੰ 100% ਦਾ लॉस होगा, 100% लॉस। ਉਸ ਤੋਂ ਬਾਅਦ 24% ਜੋ ਉਹਦੀਆਂ ਕੰਸਾਈਨਮੈਂਟ ਸੀ ਉਹ ਉਹਦੀ ਹਾਫ ਕੋਸਟ ਦੇ ਵਿੱਚ ਵਿਕੀਆਂ ਨੇ, ਮਤਲਬ ਕਿ 50% ਦਾ ਉਹਨੂੰ ਕੀ ਹੋ ਗਿਆ, ਉਹਦੇ ਲਾਸ ਹੋ ਗਿਆ। ਤਾਂ ਉਸਨੇ ਜੋ ਉਹਦਾ ਮਾਰਕਅਪ ਕੀਤਾ ਹੋਇਆ ਸੀ ਉਹ 30% ਉੱਪਰ ਸੀਗਾ, ਮਤਲਬ ਕਿ ਜੋ ਉਹ ਮਾਰਕਅਪ ਪ੍ਰਾਈਸ ਤੇ ਵੇਚਦਾ, ਪਿੱਛੇ ਕਿੰਨੀਆਂ ਬਚ ਗਈਆਂ ਕੰਸਾਈਨਮੈਂਟ, 70% ਬਚ ਗਈ। ਜੇ ਇਸ ਨੂੰ ਮਾਰਕਅਪ ਤੇ ਹੀ ਵੇਚੂਗਾ, ਮਤਲਬ ਕਿ 70% ਤੇ ਉਹਨੂੰ 30% ਦਾ ਕੀ ਹੋਊਗਾ, ਗੇਨ ਹੋ ਜਾਊਗਾ, ਪ੍ਰੋਫਿਟ ਹੋਊਗਾ। ਤਾਂ ਉਹਨੂੰ ਓਵਰऑल ਕੀ ਹੋਇਆ, ਆਹ ਚੀਜ਼ ਆਪਾਂ ਪਤਾ ਕਰਨੀ ਹੈ। ਤਾਂ ਆਪਣੇ ਕੋਲ ਸਿੰਪਲ ਚੀਜ਼ ਹੈ ਜੀ, ਇਸ ਨੂੰ ਆਪਾਂ ਮਲਟੀਪਲਾਈ ਕਰਾਂਗੇ, -600 ਆ ਜਾਊਗਾ, ਉਰੇ -1200 ਆ ਜਾਊਗਾ, ਉਰੇ ਪਲੱਸ ਦਾ 2100 ਆ ਜਾਊਗਾ। ਤਾਂ ਓਵਰऑल ਕਿੰਨਾ ਆ ਗਿਆ ਜੀ, 300 ਆ ਗਿਆ ਪਲੱਸ ਦਾ। ਤਾਂ 300 ਆ ਗਿਆ ਉਰੇ। ਤਾਂ 100 ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂਗੇ ਵੀ 300 ਆ ਜਾਏ, ਇਹਦਾ ਆਂਸਰ ਆ ਜਾਊਗਾ 3% ਨਾਲ। ਤਾਂ ਇਹ ਆਂਸਰ ਕੀ 'ਚ ਆਇਆ, 3 ਪਲੱਸ ਦਾ ਆਇਆ, ਤਾਂ ਉਹਨੂੰ ਪ੍ਰੋਫਿਟ ਹੋਊਗਾ 3% ਦਾ।
ਤਾਂ ਜੋ ਇਹ ਮੈਥਡ ਹੈ, ਇਸ ਮੈਥਡ ਦੀ ਤੁਸੀਂ ਪ੍ਰੋਫਿਟ ਐਂਡ ਲੋਸ ਦੇ ਜੋ ਮੇਰੇ ਲੈਕਚਰ ਨੇ ਤੁਸੀਂ ਉਹ ਦੇਖ ਸਕਦੇ ਹੋਗੇ। ਠੀਕ ਹੈ ਜੀ, ਤਾਂ ਬਹੁਤ ਕੰਮ ਦੇ ਲੈਕਚਰ ਨੇ ਉਹ, क्वेश्चन बहुत ईजी होंगे ने उसके। अगे देखो जी क्वेश्चन नंबर 28। क्वेश्चन नंबर 28 है जी, द पेट्रोल प्राइजेज शॉट अप बाय 8% एज ए रिजल्ट ऑफ द हाइक इन द प्राइस ऑफ रियूड्स। कहना भी इस आइटम के बदलने नाल जिहड़ा पेट्रोल का प्राइस सी 8% अप हो गया। द प्राइस ऑफ पेट्रोल बिफोर द हाइक वाज 28 पर लीटर। Sangeeta travels 2400 kilometer every month and his car gives mileage of 800 kilometer to a liter. Find the increase in the expenditure per month that Sangeeta has to occur due to increase in the price of petrol. ਹੁਣ ਦੇਖੋ ਇਹ ਸਿੰਪਲ ਚੀਜ਼ ਹੈ, 8% ਪ੍ਰਾਈਸ ਵਧਿਆ ਪੈਟਰੋਲ ਦਾ। ਤਾਂ ਪਹਿਲਾਂ ਆਪਾਂ ਦੇਖਾਂਗੇ ਵੀ ਉਹਨੂੰ 2400 ਕਿਲੋਮੀਟਰ ਜਾਣ ਦੇ ਲਈ ਕਿੰਨਾ ਉਹਦਾ ਪੈਟਰੋਲ ਦਾ ਖਰਚਾ ਹੋਊਗਾ। ਤਾਂ ਉਹ ਚੀਜ਼ ਆਪਾਂ ਚੈੱਕ ਕਰਦੇ ਹਾਂ। 2400 ਕਿਲੋਮੀਟਰ ਜਾਣ ਦੇ ਲਈ ਉਹਦਾ ਕਿੰਨਾ ਪੈਟਰੋਲ ਲੱਗੂਗਾ, ਇਹ ਚੀਜ਼ ਆਪਾਂ ਚੈੱਕ ਕਰ ਲਈਏ। 6 ਤੇ ਡਿਵਾਈਡ ਕਰਾਂਗੇ, 400 ਆ ਗਿਆ, ਉਰੇ 3 ਆ ਗਿਆ। ਤਾਂ 400 ਬਟੇ 3 ਲੀਟਰ ਉਹਦਾ ਪੈਟਰੋਲ ਲੱਗ ਰਿਹਾ ਹੈਗਾ। ਠੀਕ ਹੈ ਜੀ, ਤਾਂ ਹੁਣ 28 ਰੁਪਏ ਉਹਨੂੰ 1 ਲੀਟਰ ਦੀ ਕੋਸਟ ਹੈ। ਇਟ ਮੀਨਸ ਉਹਨੂੰ ਇੰਨਾ ਪੈਟਰੋਲ ਉਹਦਾ ਲੱਗਦਾ ਸੀ ਪਹਿਲਾਂ। ਹੁਣ ਪੈਟਰੋਲ ਦਾ ਪ੍ਰਾਈਸ ਕਿੰਨਾ ਵੱਧ ਗਿਆ, 8%। ਮਤਲਬ ਕਿ 108 ਬਾਏ 100, ਜਾਂ ਫਿਰ ਆਪਾਂ ਇਹਦਾ 8% ਨਿਕਾਲ ਲੈਂਦੇ ਹਾਂ ਸਿੰਪਲੀ, ਆਪਣੇ ਕੋਲ ਆਂਸਰ ਆ ਜਾਊਗਾ 8 ਬਾਈ 100। ਪਹਿਲਾਂ ਉਹਦਾ ਇੰਨਾ ਪੈਟਰੋਲ ਕੰਜ਼ਿਊਮ ਹੁੰਦਾ ਸੀਗਾ, ਹੁਣ ਉਹਦਾ ਕਿੰਨਾ ਪੈਟਰੋਲ ਕੰਜ਼ਿਊਮ ਹੋਊਗਾ, 8% ਇਹਦਾ ਐਕਸਟਰਾ ਬਚ ਜਾਊਗਾ। ਤਾਂ ਇਹੀ ਚੀਜ਼ ਉਹਨਾਂ ਨੇ ਪੁੱਛੀ ਹੈ। ਉਰੇ ਕੈਂਸਲ ਕਰਾਂਗੇ ਜੀ 4 ਆ ਜਾਊਗਾ, ਉਰੇ ਬਚ ਗਿਆ 4 ਇੰਟੂ 8 ਇੰਟੂ 4 32, 32 ਇੰਟੂ 28 डिवाइड बाय 3 कर देंगे। तो ये बन जाऊगा 3900 माइनस 4, ये बन जाऊगा 896 डिवाइड बाय 3। तो हम आप इस चीज़ को सॉल्व करांगे। 2 आ गया, 2 9 आ गया, 9 आ गया, 2 6 26, 3 आया 27, अप्रोक्सीमेट 298 पॉइंट समथिंग आ गया। ये 298.66 पर आ गया, मतलब कि 299 हो जाऊगा जे आप राउंड ऑफ करा। तो ऑप्शन बी की है तो सही आंसर है जी। अगे देखो जी क्वेश्चन नंबर 29। रीड द डाटा इन द फॉलोइंग टेबल एंड आंसर द क्वेश्चन। तो की है जी क्वेश्चन, हु हैज़ द लीस्ट वेट टू हाइट रेशो। यदि वेट टू हाइट रेशो लीस्ट है तो ये चीज़ आप पता करनी है। हम आप ऑप्शन की कुछ ना कुछ हेल्प लवांगे जरूर। मतलब कि आप चेक करना है कि 61/163 है नीचे, उस तो बाद 57/151 है, 67/156 है, 73/159 है। तो इस क्वेश्चन के देखो अपन डिवाइड करने की कोई लोड़ नहीं है। जिथे तक मेरा आइडिया इन्होंने डिफरेंस शायद कॉमन हो सकता है। तो उरे आप डिफरेंस चेक करते हैं। जो उरे आप डिफरेंस चेक करते हैं तो आप देखना भी कि लीस्ट है 61। पहला तो उरे आप डिफरेंस चेक करते हैं, ये देखो लीस्ट हो नहीं सकती जी, क्योंकि देखो उरे 73 है, उरे 61 है, तो उरे भी नीचे टर्म ज़्यादा है। मतलब कि ये ऑप्शन तो कैंसिल होगी जी, इन्होंने आप रिमूव कर दिए, तो बिल्कुल ही रिमूव है। तो बी ऑप्शन भी कैंसिल है। देखो उपरली वैल्यू भी डिक्रीज होगी, ये वैल्यू इंक्रीज होगी, तो मतलब कि ए ऑप्शन भी अपनी कैंसिल होगी, थर्ड ऑप्शन भी। तो बच गई 57/151। ठीक है जी, हम अपने को 2 ऑप्शन बच गए। हम आप चेक करना कि लीस्ट है इन्होंने विचों। तो देखो जो आप 61 ਨੂੰ 151 ਨਾਲ मल्टीप्लाई करते हैं एक साइड से, इधर आप मल्टीप्लाई करते हैं 57 ਨੂੰ 163 से मल्टीप्लाई करते हैं। ठीक है जी, तो हम मैं जो 61 ਨੂੰ मल्टीप्लाई करा, 61 एकम 61 आ जाऊगा, उरे आ बच गया 6। 61 ਨੂੰ 5 ना करा, 305 आ गया जी, 6 ऐड हो जाऊगा, 311 बन जाऊगा। कितना बच गया जी उरे 31, इधर 31। तो 61 ਨੂੰ 61 ਨਾਲ मल्टीप्लाई करूँगा, 61 ਨੂੰ 31 ऐड करूँगा, कितना बच गया 92। तो 9211 मेरा उरे आ गया। मैं उरे चेक करदा,
163 ਨੂੰ ਮਲਟੀਪਲਾਈ ਕਰਨੀ ਆਪਾਂ ਨੇ 157 ਨਾਲ, ਤਾਂ ਇਸ ਨੂੰ ਆਪਾਂ ਜੇ ਮਲਟੀਪਲਾਈ ਕਰੀਏ, ਵੈਸੇ ਜੇ ਇੱਥੇ ਆਪਾਂ ਡਿਫਰੈਂਸ ਲੈ ਕੇ ਕੁਐਸਚਨ ਕਰਦੇ ਆ ਤਾਂ ਇੱਥੇ ਪੂਰੇ 102 ਦਾ ਡਿਫਰੈਂਸ ਆ ਰਿਹਾ। ਚਲੋ ਮਲਟੀਪਲਾਈ ਕਰਦੇ ਆ 57 ਨੂੰ 163 ਤੇ, ਇਹ ਮੈਂ ਕਾਪੀ ਤੇ ਮੈਂ ਕਰ ਰਿਹਾ ਜੀ। ਇਹ ਆ ਗਿਆ ਮੇਰੇ ਕੋਲੇ 9291 ਆ ਗਿਆ, मतलब कि आह टर्म मेरी बड़ी होगी। तो ये जे आह टर्म मेरी बड़ी होगी तो ये ज़्यादा है, ये लीस्ट है 61/163। तो मतलब कि अमिता की जो हाइट है, मतलब कि वेट ओवर हाइट रेशो की है ये अपने को सेम हाँ लीस्ट है। तो ऑप्शन ए की अपने को सही आंसर है। ठीक है जी, तो इस तरीके का क्वेश्चन करना सीगा। तो इस तो अगे देखते हैं जी आप अगे जी क्वेश्चन नंबर 30। क्वेश्चन 30 है जी, द वेट ऑफ 11 people sitting on a boat is 70 kg. If one person gets down, the average weight of the remaining people is 73. What is the weight of the person who got up from the boat? देखो जी, मैं इन्ना क्वेश्चन एलिगेशन नाल मैं करता हूँ जी, तो मैं थोड़ी स्पेस चाहिए जी एलिगेशन ਲਈ। चलो मैं इत्थे ट्राई करदा। 11 ਦਾ 70 ਸੀ, 1% डाउन हो गया, तो ਜਿਹੜੇ ਪਿੱਛੇ ਬਚ ਗਏ ਉਹਨਾਂ ਦੀ ਐਵਰੇਜ ਕਿੰਨੀ ਹੋਗੀ 73 ਹੋਗੀ। मतलब कि 10 ਦੀ ਐਵਰੇਜ 73 ਸੀ, ਜੇ ਇੱਕ ਆਪਾਂ ਪਰਸਨ ਨਵਾਂ ਐਡ ਕਰ ਦਿੱਤਾ ਉਹਦੇ ਨਾਲ ਐਵਰੇਜ ਕਿੰਨੀ ਹੋਣੀ ਸੀ 70 ਹੋਣੀ ਸੀ। ਤਾਂ ਹੁਣ ਆਪਾਂ ਚੈੱਕ ਕਰੀਏ, ਉਰੇ ਕਿੰਨਾ ਆ ਗਿਆ ਜੀ 3 ਆ ਗਿਆ, ਉਰੇ ਕਿੰਨਾ ਆ ਗਿਆ x ਮਾਈਨਸ 70 ਆ ਗਿਆ। ਤਾਂ 1 ਦੀ ਵੈਲਿਊ 3 ਹੈ, 10 ਦੀ ਵੈਲਿਊ 30 ਹੋ ਜਾਊਗੀ। ਤਾਂ ਉਸ ਪਰਸਨ ਦਾ ਵੇਟ ਆ ਜਾਊਗਾ ਆਪਣੇ ਕੋਲ 40 kg ਵੇਟ ਆ ਜਾਊਗਾ। ਮੈਂ ਇੱਕ ਵਾਰ ਦੁਬਾਰਾ ਚੈੱਕ ਕਰਨਾ। 10 ਦੀ ਐਵਰੇਜ 73 ਸੀ, ਇੱਕ ਦੀ ਐਵਰੇਜ ਜੇ ਆਪਾਂ x ਮੰਨ ਲਈਏ ਤਾਂ ਓਵਰऑल ਐਵਰੇਜ ਕਿੰਨੀ ਬਣ ਗਈ 70 ਬਣ ਗਈ। ਤਾਂ ਹੁਣ 73 ਮਾਈਨਸ 70 x 3 ਆ ਗਿਆ, ਤਾਂ x ਮਾਈਨਸ 70 ਕਿੰਨਾ ਆ ਜਾਊਗਾ, ਆਹ ਚੀਜ਼ ਆਪਾਂ ਦੇਖਾਂਗੇ। मतलब सॉरी पूरे 70 माइनस एक्स आऊगा, 70 माइनस एक्स। तो 1 की वैल्यू 3 है, 10 की वैल्यू 40 आ गई, सॉरी 30 आ गई, एक्स की वैल्यू 40 आ गई। तो डी ऑप्शन है जी, डी आंसर की है तो बिल्कुल सही है जी। अगे देखो जी क्वेश्चन नंबर 31। क्वेश्चन नंबर 31, a sum of 8,000 is borrowed at 5% compound interest and paid back in 3 equal installment. What is the amount of each installment? Round off to nearest rupee। देखो जी, वैल्यू भी सिंपल 8000 ਤੇ रेट भी सेम है, सिंपल है 8000 बस सॉरी 5%। ਇਹਦਾ मतलब कितना ਹੁੰਦਾ जी 1/20। मतलब कि जे पहला ਆਪਾਂ ਇਹ ਜਿਹੜੀ 8000 ਕੀ ਹੋਗੀ ਡਿਊ ਅਮਾਉਂਟ ਹੋਗੀ ਆਪਣੇ ਕੋਲ, ਸਮ ਬੋਰੋ ਕੀਤਾ ਇਹਨੇ, ਤਾਂ 8000 ਦਾ ਆਪਾਂ ਨੇ 3 ਸਾਲ ਦਾ ਆਪਾਂ ਨੇ CI ਨਿਕਾਲਣਾ ਹੈ, मतलब ਉਹਦੀ ਉਹ ਪਤਾ ਕਰਨੀ ਅਮਾਉਂਟ। ਤਾਂ 5% रेट है, मतलब कि जो वैल्यू है 1 साल च 20 तो 21 हो रही है, 3 साल च 20 की क्यूब तो 21 की क्यूब हो जाएगी। मतलब कि 8000 तो कितनी हो जाएगी 9261 हो जाएगी। मतलब कि जो अपने को टोटल डेट बन गई वो 9261 रुपीज़ बन गई। हुण देखो जी, इस तो बाद अपने एक इंस्टॉलमेंट पता करनी है, आप इंस्टॉलमेंट मान ली 400x। जे मैं पहले साल 400x दे के आवांगे तो आप की सपोज करते हैं कि तो 2 साल का इंटरस्ट भी तो उन्होंने एक्सट्रा मिलूगा, तो कितना बन जाऊगा 1/20 20x बन जू, तो 1 साल का 20x, 2 साल का 40x। तो 40x आप होर ऐड कर देंगे, मतलब कि जो पहले साल तो आप 400x दे के आवांगे तो उसके को 440x पहुँच गए। नैक्सट फिर आप 400x दे के आवांगे क्योंकि अपनी इंस्टॉलमेंट वैल्यू सेम है 400x, तो उसके को 20x एक्सट्रा पहुँच गए। फिर आप 400x दे के आवांगे तो हम 1260x की वैल्यू कितनी आ गई 9261। तो x कितना आ गया 9261 डिवाइड बाय 1260। अपने वैल्यू पता करनी है 400x की, तो मल्टीप्लाई विद 400। तो 0 ना 0 कैंसल, पूरे कितना आ गया 20 आ गया, पूरे 63 आ गया। तो हम अपने को बच गया ये 21 तो कैंसल हो जाऊगा, 21 या 63 उरे बन जाऊगा 441।
तो 441 गुणा 20 2880 डिवाइड बाय 3 तो 29 ਦੇ ਨੀਅਰ ਅਬਾਊਟ ਆਨਸਰ ਆਊਗਾ ਕਿਉਂਕਿ 3 29 इंटू 3 87 ਹੁੰਦਾ ਤਾਂ ਇੱਕੋ ਹੀ ਆਪਸ਼ਨ ਹੈ ਆਪਸ਼ਨ ਬੀ ਤਾਂ ਆਪਸ਼ਨ ਬੀ ਕੀ ਹੈ ਜੀ ਆਪਣੇ ਕੋਲ ਆਨਸਰ ਅੱਗੇ ਦੇਖੋ ਜੀ ਕੁਐਸਚਨ ਨੰਬਰ 32 क्वेश्चन नंबर 32 देखो जी इन ए स्कूल the ratio of sports student to non-sports student is 5:4 next year the number of non-sports student is decreased by 25% making it 35,400 what is the new ratio of non-sports student to sports student देखो जी की है रेशियो ऑफ स्पोर्ट्स टू नॉन स्पोर्ट स्पोर्ट्स ते नॉन स्पोर्ट 5 रेशियो कितनी है 4 है ਨੈਕਸਟ ਈਅਰ ਕੀ ਹੋਇਆ ਜੀ ਨੌਨ ਸਪੋਰਟ ਕਿੰਨੇ ਘਟ ਗਏ 25% ਘਟ ਗਏ ਤਾਂ ਆਪਾਂ ਨਵੀਂ ਰੇਸ਼ੋ ਪਤਾ ਕਰਨੀ ਸਿੰਪਲ ਹੈ ਜੀ ਤਾਂ ਆਪਾਂ ਨੂੰ 35400 ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਰੇਸ਼ੋ ਪਤਾ ਕਰਨੀ ਹੈ ਸਿਰਫ ਤਾਂ ਹੁਣ ਦੇਖੋ ਜੇ ਆਪਾਂ ਇਹਨੂੰ 500 ਮੰਨ ਲਈਏ ਇਹਨੂੰ ਮੈਂ 400 ਮੰਨ ਲਵਾਂ ਜੇ ਨੌਨ ਸਪੋਰਟ 25% ਘਟ ਗਏ ਮਤਲਬ ਕਿ ਕਿੰਨੇ ਘਟ ਗਏ ਜੀ ਇਹ 100 ਘਟ ਗਏ ਕਿੰਨੇ ਰਹਿ ਗਏ 300 ਰਹਿ ਗਏ ਤਾਂ ਆਪਾਂ ਰੇਸ਼ੋ ਕੱਢਣੀ ਹੈ ਕਿੰਨੀ ਆ ਜੂ 5:3 ਆ ਜਾਊਗੀ ਸਪੋਰਟਸ ਤੇ ਨੌਨ ਸਪੋਰਟਸ ਤੇ ਇਹਨਾਂ ਨੇ ਕੀ ਪੁੱਛਿਆ ਨੌਨ ਸਪੋਰਟਸ ਤੇ ਸਪੋਰਟਸ ਜੇ ਪੁੱਛਿਆ ਤਾਂ ਕਿੰਨਾ ਆ ਜਾਊਗਾ ਉਲਟਾ ਕਰ ਦਾਂਗੇ ਆਪਾਂ 3 ਰੇਸ਼ੋ नेक्स्ट है जी क्वेश्चन नंबर 33 है जी आफ्टर सेलिंग ए साइकिल रमन फाउंड दैट ही हैड मेड ए लॉस ऑफ 10% ही फाउंड दैट हैड ही सोल्ड इट फॉर 75 मोर ਉਹਨੂੰ 5% एक्स्ट्रा प्रॉफिट ਹੁੰਦਾ the actual initial loss was what percentage of the profit earned had he sold that cycle for a 5% देखो जी की क्वेश्चन है पहला वो लॉस ਤੇ ਵੇਚਦਾ ਸੀਗਾ 10% ਤੇ ਇਟ ਮੀਨਸ ਉਹਨੂੰ ਉਹਦੀ ਉਸਦੇ ਕੋਲ 90% ਪੈਸੇ ਆ ਰਹੇ ਹੋਣਗੇ ਹੁਣ ਜੇ ਉਹ 75 ਐਕਸਟਰਾ ਜ਼ਿਆਦਾ ਮਹਿੰਗੀ ਵੇਚਦਾ ਤਾਂ ਉਸਦੇ ਕੋਲ 5% ਪ੍ਰੋਫਿਟ ਹੋਏਗਾ ਮਤਲਬ ਕਿ ਹੁਣ ਉਸਦੇ ਕੋਲ 105% ਪੈਸੇ ਆ ਰਹੇ ਨੇ ਤਾਂ ਮਤਲਬ ਕਿ ਗੈਪ ਕਿੰਨਾ ਜੀ 15% 15% ਉਸਦੇ ਕੋਲ ਪੈਸੇ ਤਾਂ ਵਧੇ ਕਿਉਂਕਿ ਉਹਨੂੰ 75 ਹੋਰ ਮਿਲ ਗਏ ਤਾਂ 1% ਦੀ ਵੈਲਿਊ ਕਿੰਨੀ ਹੈਗੀ 5 ਠੀਕ ਹੈ ਜੀ ਇੰਨੀ ਚੀਜ਼ ਕਲੀਅਰ ਹੋ ਗਈ ਤਾਂ ਹੁਣ ਕੀ ਪੁੱਛਿਆ the actual initial loss was what percentage of profit earned ਤਾਂ ਉਹਦਾ ਪਹਿਲਾਂ loss ਕਿੰਨਾ ਸੀਗਾ 10% ਮਤਲਬ ਕਿ loss ਉਹਦਾ ਕਿੰਨਾ ਸੀਗਾ 50 ਰੁਪਏ ਸੀਗਾ ਹੁਣ ਉਹਨੂੰ profit ਕਿੰਨਾ earn ਹੋਇਆ profit ਕਿੰਨਾ ਸੀਗਾ 5% ਸੀਗਾ ਤਾਂ 5% ਕਿੰਨਾ ਹੋ ਗਿਆ 25 ਹੋ ਗਿਆ ਤਾਂ ਇਹਨਾਂ ਨੇ ਕੀ ਪੁੱਛਿਆ the actual initial loss ਜਿਹੜਾ loss ਸੀਗਾ ਉਹ ਪ੍ਰੋਫਿਟ ਦਾ ਕਿੰਨੇ ਪਰਸੈਂਟ ਸੀਗਾ ਤਾਂ ਮਤਲਬ ਕਿ ਜੇ 25 ਦਾ 50 ਤਾਂ 200% ਹੋ ਗਿਆ ਜੀ ਆਪਸ਼ਨ ਸੀ ਆਂਸਰ ਅੱਗੇ ਦੇਖੋ ਜੀ ਕੁਐਸਚਨ ਨੰਬਰ 34 क्वेश्चन 34 है जी 2 liters of mixture of wine and water contain 30% water they are added to 3 liter of the another mixture containing 8% water and half of a liter of water is then added to the whole what is the percentage of water in the resulting concation ठीक है जी ਤਾਂ ਬਹੁਤ ਆਸਾਨ ਕੁਐਸਚਨ ਹੈ ਜੀ ਇਹ ਦੇਖੋ ਜੀ ਕਿਵੇਂ ਕਰਾਂਗੇ ਆਪਾਂ ਇਹਨੂੰ ਪਹਿਲਾਂ ਦੋ ਮਿਕਸਚਰ ਨਹੀਂ ਮਿਕਸ ਕਰਦੇ ਪਹਿਲਾਂ ਆਪਾਂ ਸਾਰੇ ਇਕੱਠੇ ਮਿਕਸ ਕਰਾਂਗੇ ਤਾਂ ਕਿ ਕੁਐਸਚਨ ਇੱਕ ਲਾਈਨ ਜੀ ਆਪਣੇ ਕੋਲ ਖਤਮ ਹੋ ਜਾਏ देखो जी पहला मिक्सचर है 2 लीटर ये 13% पानी है फिर मिक्सचर कितना जी 3 लीटर है ये कितना पानी 8% पानी है एंड हाफ अ लीटर फिर अद्धा लीटर है मतलब कि 1/2 वो सारा ही पानी है तो मतलब कि अपने पता करना है जी किन्ने परसेंटेज कंसनट्रेशन है कंसनट्रेशन पता करनी है अपने की वाटर की तो आसान है जी मल्टीप्लाई करेंगे 26 + 24 + 50 तो कितना बन गया जी 100 बन गया कुल कितना मिक्सचर है 5.5 तो 100 ਨੂੰ 5.5 से डिवाइड कर देंगे 5.5 तो 10 ऊपर लग जूगा 5 से डिवाइड करेंगे 11 आ गया पूरे 2 आ गया 200/11 आंसर है जी तो ये बन जूगा 11 एकम 11 कितना बच गया 9 0 90 11 8 88 2 बच गया तो ये बन जाऊगा 18 सही 2/11 मतलब कि सी ऑप्शन आऊगी ठीक है जी ऑप्शन सी की है तो सही आंसर है अगे देखो जी
क्वेश्चन नंबर 35 ਤੇ 36 ਤਾਂ ਆਪਾਂ ਨੇ ਇਸ ਸਾਰਣੀ ਨੂੰ ਪੜ੍ਹਨਾ ਹੈਗਾ, ਟੇਬਲ ਨੂੰ ਆਪਾਂ ਸਟੱਡੀ ਕਰਨਾ। ਕੀ ਦਿੱਤਾ ਹੋਇਆ? ਆਈਟਮਸ ਆਫ ਐਕਸਪੈਂਡੀਚਰ ਦੀ ਆਈਟਮ ਦਿੱਤੀ ਹੈ ਸੈਲਰੀ, ਟਰਾਂਸਪੋਰਟੇਸ਼ਨ, ਬੋਨਸ, ਇੰਟਰਸਟ ਔਨ ਲੋਨ, ਟੈਕਸ। ਦ ਰੇਸ਼ੋ ਬਿਟਵੀਨ ਟੋਟਲ ਐਕਸਪੈਂਡੀਚਰ ਔਨ ਟੈਕਸਿਸ ਫॉर ऑल द ईयर, ਸਾਰਿਆਂ ਦੀ ਟੈਕਸ ਆਪਾਂ ਕਰਨਾ ਕੈਲਕੂਲੇਟ, ਐਂਡ ਟੋਟਲ ਐਕਸਪੈਂਡੀਚਰ ਔਨ ਟਰਾਂਸਪੋਰਟੇਸ਼ਨ ਆ ਸਾਰਾ ਫॉर ऑल द ईयर रिस्पैक्टिवली इज अप्रॉक्सीमेटली। ਤਾਂ ਕਹਿੰਦਾ ਕਿੰਨਾ ਹੋਊਗਾ ਜੀ। ਤਾਂ ਪਹਿਲਾਂ ਆਪਣੇ ਕੋਲ ਜੋ ਟੈਕਸ ਨੇ ਆਪਾਂ ਉਹਨਾਂ ਦਾ ਸਮ ਕਰਦੇ ਹਾਂ। ਜਿਵੇਂ 83 ਹੈ, 108 ਹੈ, ਇਹ ਬਣ ਗਏ ਜੀ 191, 191 74 ਸੌਰੀ 191 ਦੇ 74, 5 16 100 265। ਤਾਂ ਡਾਇਰੈਕਟਲੀ ਆਪਾਂ ਐਡ ਕਰ ਲੈਂਦੇ ਹਾਂ 5 4 9 ਤੇ 16, ਪੂਰੇ ਬਚ ਗਿਆ 74। ਆਪਣੇ ਕੋਲ ਹੋ ਗਿਆ 98, ਐਡ ਕਰ ਦਿੰਦੇ ਹਾਂ ਪਹਿਲਾਂ ਆਪਾਂ 98 ਬਣ ਜੂਗਾ ਇਹ 263। ਫਿਰ ਆਪਾਂ 88 ਐਡ ਕਰ ਦਿੰਦੇ ਹਾਂ 11 352 ਸੌਰੀ 452, ਪੂਰੇ 363 452 ਸਮ। ਤਾਂ ਇਹਦਾ ਆਈਟਮ ਆ ਗਈ ਆਪਣੇ ਕੋਲ 452, ਇਹਨਾਂ ਦਾ ਸਮ। ਇਹਨਾਂ ਸਮ ਚੈੱਕ ਕਰਦੇ ਹਾਂ ਆਪਾਂ 10 11 ਤੇ 5 16, 9 ਤੇ 10 11 14 4 18, ਪੂਰੇ ਕਰਾਂਗੇ 1 2 3 4 5 586। ਤਾਂ ਆਪਾਂ ਨੇ ਰੇਸ਼ੋ ਪਤਾ ਕਰਨੀ ਹੈ 452 ਰੇਸ਼ੋ 586। ਤਾਂ ਦੇਖੋ ਇਹ ਤਾਂ ਕਿਸੇ ਦੇ ਕੈਂਸਲ ਨਹੀਂ ਹੋ ਰਹੇ, ਤਾਂ ਇਹਨਾਂ ਦਾ ਆਪਾਂ ਅਪਰੋਕਸੀਮੇਸ਼ਨ ਵੈਲਿਊ ਲਵਾਂਗੇ। ਤਾਂ 450 ਤੇ 585 ਵੀ ਨਿਕਾਲ ਲੈਂਦੇ ਆਪਾਂ। ਤਾਂ 5 ਤੇ ਕੈਂਸਲ ਕਰਾਂਗੇ 90 ਆ ਗਿਆ, ਪੂਰੇ 117 ਆ ਗਿਆ। 9 ਤੇ ਕੈਂਸਲ ਕਰਾਂਗੇ 10 ਆ ਗਿਆ, ਪੂਰੇ 13 ਆ ਗਿਆ। ਲਓ ਜੀ, ਆਪਸ਼ਨ ਬੀ ਆਪਣੇ ਕੋਲ ਮੈਚ। ਅੱਗੇ ਕੁਐਸਚਨ ਸੇਮ ਉਸ ਤੋਂ ਬਾਅਦ ਜਿਹੜਾ 36 ਹੈ, ਉਹ ਵੀ ਆਪਾਂ ਦੇਖਦੇ ਹਾਂ ਜੀ 36 ਦੇ ਵਿੱਚ ਕੀ ਹੈ। ਟੋਟਲ ਐਕਸਪੈਂਡੀਚਰ ਆਫ ਆਲ ਆਈਟਮ ਇਨ 2016। ਟੋਟਲ ਐਕਸਪੈਂਡੀਚਰ what percent of the total expenditure in 2020। ਤਾਂ ਮਤਲਬ ਕਿ ਆਪਾਂ ਦੇਖਣਾ 2016 ਦੇ ਵਿੱਚ ਕਿੰਨਾ ਟੋਟਲ ਖਰਚਾ ਸੀਗਾ, ਇਹ ਕਿੰਨੇ ਪਰਸੈਂਟ ਹੈ ਕਿਹਦਾ, ਜਿਹੜਾ ਖਰਚਾ ਸੀਗਾ 2020 ਦੇ ਵਿੱਚ ਸੀਗਾ। ਇਹਨਾਂ ਨੂੰ ਆਪਾਂ ਨੇ ਐਡ ਅਪ ਕਰਨਾ। ਤਾਂ ਪਹਿਲਾਂ 288 ਹੈ, ਇਹ ਜੇ ਆਪਾਂ 98 ਐਡ ਕੀਤਾ 386 ਆ ਗਿਆ। 386 ਦੇ ਵਿੱਚ ਕਿੰਨਾ ਐਡ ਕਰਾਂਗੇ 3 ਤੇ 83 ਐਡ ਕਰਾਂਗੇ 86 ਐਡ ਕਰਾਂਗੇ। 86 'ਚ ਆਪਾਂ 23 ਐਡ ਕਰਾਂਗੇ, ਪੁਆਇੰਟ 4 ਹੀ ਰੱਖ ਲਾਂਗੇ। 12 3 15 1 16 ਤੇ 17 18 19, 495.4 495.4 ਤਾਂ ਇੱਕ ਬਣ ਗਿਆ। ਹੁਣ 2020 ਦਾ ਚੈੱਕ ਕਰਾਂਗੇ 420 ਤੇ 142, 520 562 ਤੇ 98, 660 ਹੋ ਗਿਆ ਜੀ। ਉਦੋਂ ਬਾਅਦ 3.96, 49.4, 49.40। ਤਾਂ ਇਹ ਬਣ ਗਿਆ 6 9 4 13 1 10 3 13 1 11 713.36। ਇਹਦਾ ਕਿੰਨੇ ਪਰਸੈਂਟ ਹੈ, ਅਪਰੋਕਸੀਮੇਟ ਪੁੱਛਿਆ ਜਾਂ ਕੀ ਪੁੱਛਿਆ ਹੋਇਆ? ਤਾਂ ਪਰਸੈਂਟ ਪੁੱਛਿਆ ਜੀ। ਇੰਟੂ ਕਰ ਦਾਂਗੇ ਆਪਾਂ 100, ਆ ਹਟ ਗਏ ਜੀ ਪੁਆਇੰਟ ਇਹਦੇ। ਤਾਂ ਜੇ ਆਪਾਂ ਇਹਨੂੰ ਅਪਰੋਕਸੀਮੇਟ ਦੇਖ ਲੈਂਦੇ ਇੱਕ ਵਾਰੀ 495 ਨੂੰ ਆਪਾਂ ਲੈਫਟ ਕਰਦੇ, ਇਹਨੂੰ ਮੰਨ ਲਿਆ ਆਪਾਂ 714। ਜੇ 7 ਤੇ ਕੈਂਸਲ ਨਹੀਂ ਹੁੰਦੇ ਜੀ, ਇਹ ਬਣ ਜੂਗਾ ਆਪਣੇ ਕੋਲ ਅਪਰੋਕਸੀਮੇਟ। ਜੇ ਆਪਾਂ ਇਹਨੂੰ ਸੋਲਵ ਕਰਦੇ ਹਾਂ, ਐਂ ਕਰਦੇ ਹਾਂ ਆਪਾਂ ਪਹਿਲਾਂ 714 ਦਾ ਆਪਸ਼ਨ ਨਾਲ ਚੈੱਕ ਕਰਦੇ ਹਾਂ ਜੀ ਕੀ ਆਪਸ਼ਨ ਆਉਣੇ ਆਪਣੇ ਕੋਲ। 62 66 69 71। ਤਾਂ ਐਟਲੀਸਟ ਆਪਾਂ ਜੇ 70% ਚੈੱਕ ਕਰ ਲੈਂਦੇ ਇਹਦਾ, ਇਹ ਸੌਖਾ ਹੋ ਜਾਊਗਾ। 7 ਚੌਕਾ 28, 2 ਆ ਗਿਆ, 7 एकम 7 2 9, 7 49, 499 ਆ ਗਿਆ। ਇਹ ਕਿਹਦੇ ਚੈੱਕ ਕੀਤਾ ਸੀ ਆਪਾਂ ਉਹਦਾ 70%। ਤਾਂ 1% ਇਹਦਾ ਆਪਾਂ ਘੱਟ ਕਰ ਲੈਂਦੇ ਹਾਂ, 7 ਘੱਟ ਕਰ ਲਈਏ ਤਾਂ 463 ਦੇ ਨੀਅਰ ਅਬਾਊਟ ਆ ਜਾਊਗਾ।
सॉरी 492 ਦੇ ਨੀਅਰ ਅਬਾਊਟ ਆ ਜਾਊਗਾ। ਤਾਂ ਮਤਲਬ ਕਿ 69% ਤੇ ਜ਼ਿਆਦਾ ਨੇੜੇ ਹੈ, ਤਾਂ ਆਪਸ਼ਨ 69 ਆ ਜਾਊਗਾ। ਲਓ ਜੀ ਆਪਸ਼ਨ ਸੀ। ਤਾਂ ਥੋੜੀ ਬਹੁਤ ਅਪਰੋਕਸੀਮੇਸ਼ਨ ਲਗਾਣੀ ਪੈਂਦੀ ਹੈ ਜੀ। ਅੱਗੇ ਦੇਖੋ ਕੁਐਸਚਨ ਨੰਬਰ 37। Two trains started at 8 a.m. from the same point. The first train traveled north at a speed of 70 km/h and second train traveled south. एक तो north गई एक south गई at 100 km/h. The time at which they were at 510 km apart. देखो जी एक घंटे ਦੇ ਵਿੱਚ ਉਹ 170 ਕਿਲੋਮੀਟਰ ਇੱਕ ਦੂਜੇ ਤੋਂ ਦੂਰ ਹੋ ਜਾਂਦੀਆਂ ਨੇ। ਮਤਲਬ ਕਿ ਜੇ 8 ਵਜੇ ਸਟਾਰਟ ਹੋਈਆਂ ਤਾਂ 9 ਵਜੇ 170 ਕਿਲੋਮੀਟਰ ਦਾ ਗੈਪ ਹੋ ਜੂ, 10 ਵਜੇ 340 ਦਾ ਗੈਪ ਹੋ ਜੂ, 11 ਵਜੇ 510 ਦਾ ਗੈਪ ਹੋ ਜਾਊਗਾ। ਆਪਸ਼ਨ ਸੀ ਆਂਸਰ ਹੈ ਜੀ। ਅੱਗੇ ਦੇਖੋ ਜੀ ਕੁਐਸਚਨ ਨੰਬਰ 38। ਦ ਰੇਡੀਅਸ as well as height of cylinder increase by 10%, the percentage increase in its volume। 33.1 ਹੈ ਜੀ, ਬਹੁਤ ਆਸਾਨ ਹੈ। 10 + 10 + 10 ਵਾਲਾ ਜਾਂ ਇਹਨੂੰ ਐਵੇਂ ਕਰ ਸਕਦੇ ਹੋ 10 ਤੋਂ 11 ਹੋ ਗਿਆ, 10 ਦੀ ਕਿਊਬ 11 ਦੀ ਕਿਊਬ 1000 - 1331, 33.1% ਆਂਸਰ ਬਣ ਗਿਆ। ਠੀਕ ਹੈ ਜੀ। ਇਸ ਤੋਂ ਅੱਗੇ ਦੇਖੋ ਕੁਐਸਚਨ ਨੰਬਰ 39। Question number 39 है, if P and Q represent digit, what is the maximum possible value of Q in the given equation? तो Q की maximum possible value की हो सकती है? ये क्वेश्चन है जी। 5P9 327 2Q8। लो जी 1124 बनता है। पहला आप चेक करते हैं 8 7 15 ते 9 24, तो उरे 4 आ गया, कैरी 2 आ गया, 2 ते 2 4। ਤਾਂ ਹੁਣ 2 ਤੇ 2 ਕਿੰਨੇ ਬਣ ਗਏ 4 ਬਣ ਗਏ। P + Q ਨੂੰ 8 ਹੋਣਾ ਪਊਗਾ ਤਾਂ ਹੀ ਉਰੇ 2 ਆ ਸਕਦਾ। ਠੀਕ ਹੈ ਜੀ, ਹੋਰ ਕੋਈ ਆਪਸ਼ਨ ਨਹੀਂ। ਤਾਂ P + Q ਨੂੰ 8 ਹੋਣਾ ਪਊਗਾ। ਕਿਹਦੀ ਵੈਲਿਊ ਮੈਕਸਿਮਮ ਪਤਾ ਕਰਨੀ ਹੈ ਆਪਾਂ ਨੇ Q ਦੀ। ਤਾਂ ਜੇ P 0 ਲੈ ਲਈਏ ਤਾਂ Q ਮੈਕਸਿਮਮ 8 ਹੋ ਸਕਦਾ। ਤਾਂ ਆਪਣਾ ਆਪਸ਼ਨ ਸੀ ਆਂਸਰ ਆ ਜਾਊਗਾ ਜੀ। ਠੀਕ ਹੈ ਜੀ, ਬਹੁਤ ਈਜ਼ੀ ਕੁਐਸਚਨ ਹੈ ਇਹ, ਕਿਉਂਕਿ ਉਰੇ 4 ਹੈ ਤਾਂ ਉਰੇ ਇਹਨਾਂ ਦਾ ਸਮ 8 ਹੋਊਗਾ ਤਾਂ ਹੀ ਨੀਚੇ 2 ਆ ਸਕਦਾ ਕਿਸੇ ਵੀ ਤਰੀਕੇ ਨਾਲ। ठीक है जी, तो इनू आप 0 कर देंगे। P एंड Q रिप्रजेंट डिजिट, तो 0 भी एक डिजिट है। ठीक है जी, तो Q मैक्सिमम 8 आ जाऊगा। ऑप्शन सी बिल्कुल सही आंसर। अगे देखो जी क्वेश्चन नंबर 40। सम ऑफ टू पॉजिटिव नंबर इज 100। दो पॉजिटिव नंबर का सम कितना सीगा 100 सीगा। आफ्टर सबट्रैक्टिंग 5 फ्रॉम ईच नंबर द प्रोडक्ट ऑफ द रिजल्टिंग नंबर इज 0। वन ऑफ द ओरिजिनल नंबर इज डैश। देखो जी दो नंबर ने A + B 100 है, दोवां चों जो 5 माइनस कर देंगे उन्होंने मल्टीप्लाई 0 बन गई, मतलब कि एक नंबर 0 बन जाऊगा। तो मतलब पहला B कितना सी मेरा 5 सी, A कितना होगा 95 होगा। जो दोवां चों 5 माइनस कर देंगे तो की बन जाऊगा 0 बन जाऊगा, तां 0 बनूगा 5 बन जाऊगा 90 बन जाऊगा, तां मल्टीप्लाई 0 बनूगी। तो जिहड़े एक्चुअल नंबर ने या तो 95 है एक 5 है, तो 95 अपना आंसर आ गया जी, ऑप्शन डी। अगे देखो जी क्वेश्चन नंबर 40 अपना कंप्लीट हो गया। इत्थे तक मैथ सीगा। ਅੱਗੇ ਆਪਾਂ ਦੇਖਦੇ ਜੇ ਮੈਂਟਲ ਐਬਿਲਿਟੀਜ਼ ਪੇਪਰ ਦੇ ਵਿੱਚ ਹੈ, ਕਿਉਂਕਿ ਮੈਂ ਵੀ ਇਹ ਪੇਪਰ ਹੁਣੀ ਦੇਖਿਆ ਸੀਗਾ ਤਾਂ ਮੈਂ ਤੇ ਲੈਕਚਰ ਵੀਡੀਓ ਬਣਾ ਰਿਹਾ ਹੈ ਨਾਲ ਦੀ ਨਾਲ। ਠੀਕ ਹੈ ਜੀ, ਅੱਗੇ ਆਪਾਂ ਚੈੱਕ ਕਰ ਦਿਆਂਗੇ ਮੈਂਟਲ ਐਬਿਲਿਟੀਜ਼ ਕੋ ਇਸ ਪੇਪਰ ਦੀ। ਹਾਂਜੀ, ਕੁਐਸਚਨ ਨੰਬਰ 71 ਤੋਂ ਜੋ ਇਹਦੀ ਮੈਂਟਲ ਐਬਿਲਿਟੀ ਹੈ ਜਿਸ ਨੂੰ ਆਪਾਂ ਰੀਜ਼ਨਿੰਗ ਕਹਿੰਦੇ ਆ ਉਹ ਸਟਾਰਟ ਹੁੰਦੀ ਹੈ। ਤਾਂ ਆਪਾਂ ਸਟਾਰਟ ਕਰਦੇ ਹਾਂ। ਇਹ ਜੁਆਇੰਟ ਫੈਮਿਲੀ ABCDE ਐਂਡ F ਆਰ ਦਾ ਮੈਂਬਰ, B ਇਜ਼ ਦਾ ਸਨ ਆਫ C। ਬਹੁਤ ਈਜ਼ੀ ਕੁਐਸਚਨ ਹੁੰਦੇ ਨੇ ਜੀ ਇਹ। B C ਦਾ ਸਨ ਹੈ ਤਾਂ ਇਹਨੂੰ ਪੋਜ਼ਿਟਿਵ ਮੰਨ ਲੈਂਦੇ ਆਪਾਂ, ਇਹਨੂੰ ਵੀ ਪੋਜ਼ਿਟਿਵ। ਆਪਾਂ C ਨੂੰ ਪੋਜ਼ਿਟਿਵ ਨਹੀਂ ਮੰਨ ਸਕਦੇ, ਹਜੇ ਕੁਝ ਨਹੀਂ ਪਤਾ। A ਐਂਡ C ਆਰ ਹਸਬੈਂਡ ਐਂਡ ਵਾਈਫ। A ਤੇ C ਹਸਬੈਂਡ ਤੇ ਵਾਈਫ ਨੇ, मतलब कि A हसबैंड है तो C वाइफ। ये चीज़ मतलब इन्होंने करती क्लीयर। A हसबैंड तो C वाइफ। C इज़ नॉट ए मदर ऑफ B। ये कह रहे हैं भी C सॉरी ये चीज़ इतों पता लगी हसबैंड वाइफ ने, तो अब C की मदर नहीं, तो C का फादर होगा B का। तो ये इंसान है, मतलब मेल है, ये फीमेल। C इज़ ए नॉट ए मदर ऑफ B, मतलब C का फादर है। E इज़ ए ब्रदर ऑफ C, E का ब्रदर है C का।
D is a daughter of A and F. D is a daughter of A. Sorry. D is a daughter of A. ਤਾਂ D A ਦੀ ਵੀ ਡਾਟਰ ਹੋਈ ਤੇ C ਦੀ ਵੀ ਡਾਟਰ। F is the brother of B. F B ਦਾ ਬ੍ਰਦਰ ਹੈ। ਲਓ ਜੀ, ਤਾਂ A C ਦਾ ਵੀ ਸਨ ਹੋਊਗਾ, A ਦਾ ਵੀ ਸਨ ਹੋਊਗਾ। Who is the mother of B? B ਦੀ ਮਦਰ ਕੌਣ ਹੈ? B ਦੀ ਮਦਰ A ਹੈ ਜੀ। ਬਹੁਤ ਈਜ਼ੀ ਕੁਐਸਚਨ ਸੀ, ਬਿਲਕੁਲ A ਆਂਸਰ। ਅੱਗੇ ਦੇਖ ਲਿਆ, ਇਹਨਾਂ 'ਚ ਲੱਭਣਾ ਆਪਾਂ ਨੇ ਔਡ ਵਨ ਆਊਟ। ਕਾਟਨ, ਨਾਈਲੋਨ, ਪੋਲੀਐਸਟਰ, ਟੈਰਲਿਨ। ਦੇਖੋ ਜੀ, ਇਹ ਸਾਰੇ ਹੈਗੇ ਨੇ ਸਿੰਥੈਟਿਕ ਫਾਈਬਰਸ ਨੇ, ਇਹ ਹੈਗਾ ਨੈਚੁਰਲ ਫਾਈਬਰ ਹੈ ਕਾਟਨ ਦਾ, ਇਹ ਅਲੱਗ ਹੈ ਬਿਲਕੁਲ। ਅੱਗੇ ਦੇਖੋ ਜੀ, ਕੁਐਸਚਨ ਨੰਬਰ 70। ਇਨ ਏ ਸਕੂਲ ਆਫ 100 ਸਟੂਡੈਂਟਸ, ਕਹਿੰਦਾ 1000 ਬੱਚਿਆਂ ਦਾ ਸਕੂਲ ਹੈ। 250 ਫੁੱਟਬਾਲ ਪਲੇ ਕਰਦੇ ਨੇ, 750 ਪਲੇ ਬੈਡਮਿੰਟਨ। if 50 students play both the football and badminton, the number of students who play neither game। देखो जी, बहुत ईजी है। देखो 50 ਤਾਂ ਦੋਵਾਂ ਦੇ ਵਿੱਚ ਕਾਮਨ ਆ ਗਏ, ਫੁੱਟਬਾਲ ਤੇ ਬੈਡਮਿੰਟਨ। ਆ 50 ਹੈ ਤਾਂ ਫੁੱਟਬਾਲ ਕੁੱਲ ਕਿੰਨੇ ਖੇਡਦੇ ਨੇ? 250, ਤਾਂ 200 ਆ ਜਾਊਗਾ। ਬੈਡਮਿੰਟਨ ਖੇਡਦੇ ਨੇ 750, ਤਾਂ ਇਹ ਕੋਲਮ 700 ਹੋਊਗਾ, ਤਾਂ ਹੀ 750 ਬਣਨਗੇ। ਤਾਂ 950 ਕੁੱਲ ਬੱਚੇ ਖੇਡਦੇ ਨੇ, ਤਾਂ 50 ਬੱਚੇ ਕੋਈ ਵੀ ਗੇਮ ਨਹੀਂ ਖੇਡਦੇ, ਤਾਂ ਆਂਸਰ ਕੀ ਆ ਗਿਆ? ਡੀ ਆਪਸ਼ਨ। ਅੱਗੇ ਦੇਖੋ ਜੀ, क्वेश्चन नंबर 74। पहला 120, 99, 80, 63, 48। मेरे ख्याल से डिफरेंस नाल ही हो जाऊगा। पूरे डिफरेंस है जी 21 का, पूरे डिफरेंस है 19 का, पूरे डिफरेंस है 17 का, पूरे डिफरेंस है 15 का, अगे डिफरेंस होगा 13 का, मतलब कि 35। ये ऑप्शन है। लो जी, अगे आप करते हैं क्वेश्चन नंबर 75। On a morning after sunrise, सूरज was standing facing a pole। सूरज एक पोल वाल फेस कर रहा सीगा। The shadow of the pole fell right to exactly to his right। Which direction was सूरज facing? लो जी, ये क्वेश्चन बहुत बढ़िया होंगे ने। देखो जी, मॉर्निंग आफ्टर सनराइज, सूरज एक स्टैंडिंग एक पोल ਨੂੰ फेस कर रहा सीगा। मान लो जी, उरे का पोल लग्या होया ते उरे सूरज है, सूरज का मूँह इधर है, आ पोल लग्या। तो जो पोल है, तो जो ये शैडो पऊगी किधर पऊगी? जो सन मॉर्निंग टाइम के जो सन है वो ईस्ट वाल का, शैडो ये पऊगी वैस्ट वाल। तो शैडो ये वैस्ट वाल पऊगी, उरे शैडो पै रही है। मान लो आ शैडो है पोल की, और एक पोल इस तरह खड़ा स्क्रीन के बाहर वाली साइड, ठीक है जी। तो हुण उहदे शैडो किहदे पै रही है? उसके एग्जैक्टली टू द राइट, मतलब कि जो इस तरह खड़ा है वो शैडो राइट वाल पै रही है। इत्थे हो सकता है जी खड़ा हो, पर वह फेस पोल वाल है। तो जे उरे होगा वह फेस, देखो शैडो तो जी ऐ पैनी है, वो राइट तो किमें आऊगी? मतलब कि सूरज वो लैफ्ट से होगा शैडो के, तो इधर होगा, सूरज इधर देख रहा होगा, वो राइट से फिर इधर हो जाऊगा। वो राइट से शैडो है, मतलब कि आप चेक कर रहे हैं। मान लो सूरज उरे है, वो राइट इधर हो गया। पहला पोल एक आप देख लीए, पोल की शैडो वैस्ट विच पै रही है तो सूरज के राइट ते है। तो जे सूरज का फेस इधर है, आप चेक कर लेंगे हुणी बना के। शैडो का ही देखो एवें ही आऊगी वैस्ट वाल, इधर अपना ईस्ट है, इधर वैस्ट है, आ शैडो होगी। हुण सूरज के राइट से शैडो किवें पऊगी? जे मान लो सूरज का फेस इधर है, इधर हो नहीं सकता, फिर वो शैडो राइट से पै रही है, राइट वो इधर है, ये तो कैंसल हो गया। जे सूरज का फेस इधर है तो शैडो राइट से होगी, बिल्कुल होगी, तो साउथ आंसर है। सूरज का फेस साउथ वाला होगा। अगे देखो जी, नेक्स्ट है जी गोल्ड सिल्वर।
कॉटन दे नाल की आऊगा? देखो जी गोल्ड ते सिल्वर दोनों मैटल्स ने, कॉटन दे नाल की आ सकदा? कॉटन एक धागा है, मतलब कि एक फाइबर है, ये चो फाइबर किहड़ा है जी? फाइबर दा फाइबर ही है, तो फाइबर है हो नहीं सकदा, सिंथेटिक है, यार्न तां रेशम एक फाइबर है, तां ऑप्शन बी आंसर बिल्कुल सही। नेक्स्ट है जी, चूज द ओड वन आउट, क्वेश्चन नंबर 77। पहला हैगा जी वेल एक मैमल है, मतलब वेल एक जो है वो मैमल है, मतलब अपने बच्चों को मिल्क देती है। स्लैंडर इंसैक्ट है, एक कीड़ा हैगा। फ्रोग की है, एम्फीबियन है, मतलब कि पानी के बाहर अंदर दो ही रहिंदा है, धरती ते भी रह सकदा, पानी च भी रह सकदा। स्नेक की है, एक रैप्टिल है। तो हुण इह चों आपां ने ऑड वन आउट लभना, किवें लभांगे? ਇਹ ਕੀੜਾ ਜੀ ਇਹ ਇੱਕ ਜਿਹੜੇ ਜਾਨਵਰ ਰਹਿੰਦੇ ਹੁੰਦੇ ਨੇ, ਰੈਪਟਾਈਲ ਉਹ ਹੋ ਗਿਆ, ਤੇ ਐਮਫੀਬੀਅਨ ਹੈ। ਤਾਂ ਮਤਲਬ ਜਿਹੜਾ ਵੇਲ ਹੈ ਉਹਦੇ ਬਾਰੇ ਆਪਾਂ ਨੂੰ ਦਿੱਤਾ ਹੋਇਆ ਇਹਨਾਂ ਨੇ ਕਿ ਮੈਮਲ ਹੈ, ਤਾਂ ਇਹਦੇ ਵਿੱਚੋਂ ਕਿਹੜੀ ਕੈਟਾਗਰੀ ਦੇ ਵਿੱਚੋਂ ਇਹ ਬਾਹਰ ਜਾਣਗੇ? ਸਲੈਂਡਰ ਇਨਸੈਕਟ। ਹਾਂਜੀ, ਕੁਐਸਚਨ ਨੰਬਰ 71 ਤੋਂ ਜੋ ਇਹਦੀ ਮੈਂਟਲਬਿਲਿਟੀ ਹੈ, ਜਿਸ ਨੂੰ ਆਪਾਂ ਰੀਜ਼ਨਿੰਗ ਕਹਿੰਦੇ ਆ, ਉਹ ਸਟਾਰਟ ਹੁੰਦੀ ਹੈ। ਤਾਂ ਆਪਾਂ ਸਟਾਰਟ ਕਰਦੇ ਹਾਂ। ਇਹ ਜੁਆਇੰਟ ਫੈਮਿਲੀ ABCDE ਐਂਡ F ਆਰ ਦਾ ਮੈਂਬਰ, B ਇਜ਼ ਦਾ ਸਨ ਆਫ C। ਬਹੁਤ ਈਜ਼ੀ ਕੁਐਸਚਨ ਹੁੰਦੇ ਨੇ ਜੀ ਇਹ। B C ਦਾ ਸਨ ਹੈ, ਤਾਂ ਇਹਨੂੰ ਪੋਜ਼ਿਟਿਵ ਮੰਨ ਲੈਂਦੇ ਆਪਾਂ, ਇਹਨੂੰ ਵੀ ਪੋਜ਼ਿਟਿਵ। ਆਪਾਂ C ਨੂੰ ਪੋਜ਼ਿਟਿਵ ਨਹੀਂ ਮੰਨ ਸਕਦੇ, ਹਜੇ ਕੁਝ ਨਹੀਂ ਪਤਾ। A ਐਂਡ C ਆਰ ਹਸਬੈਂਡ ਐਂਡ ਵਾਈਫ, A ਤੇ C ਹਸਬੈਂਡ ਤੇ ਵਾਈਫ ਨੇ, मतलब कि A हसबैंड है तो C वाइफ, ये चीज़ मतलब इन्होंने कर दी क्लीयर। A हसबैंड तो C वाइफ। C इज़ नॉट ए मदर ऑफ B, ये कह रहे हैं भी C सॉरी ये चीज़ इतों पता लगी, हसबैंड वाइफ ने, तो C की मदर नहीं, तो C का फादर होगा B का, तो ये इंसान है, मतलब मेल है, ये फीमेल। C इज़ ए नॉट ए मदर ऑफ B, मतलब C का फादर है। E इज़ ए ब्रदर ऑफ C, E का ब्रदर है C का। D is a daughter of A and F, D is a daughter of A, sorry D is a daughter of A, ਤਾਂ D A ਦੀ ਵੀ ਡਾਟਰ ਹੋਈ ਤੇ C ਦੀ ਵੀ ਡਾਟਰ। F is the brother of B, F B ਦਾ ਬ੍ਰਦਰ ਹੈ। ਲਓ ਜੀ, ਤਾਂ A C ਦਾ ਵੀ ਸਨ ਹੋਊਗਾ, A ਦਾ ਵੀ ਸਨ ਹੋਊਗਾ। Who is the mother of B, B ਦੀ ਮਦਰ ਕੌਣ ਹੈ? B ਦੀ ਮਦਰ A ਹੈ ਜੀ, ਬਹੁਤ ਈਜ਼ੀ ਕੁਐਸਚਨ ਸੀ, ਬਿਲਕੁਲ A ਆਂਸਰ। ਅੱਗੇ ਦੇਖ ਲਿਆ, ਇਹਨਾਂ 'ਚ ਲੱਭਣਾ ਆਪਾਂ ਨੇ ऑड वन आउट। कॉटन, नाइलॉन, पोलिएस्टर, टेरिलिन। देखो जी ये सारे हैगे ने सिंथेटिक फाइबर्स ने, ये हैगा नैचुरल फाइबर है कॉटन का, ये लग गया बिल्कुल। अगे देखो जी क्वेश्चन नंबर 70। इन ए स्कूल ऑफ 100 स्टूडेंट्स, कहता 1000 बच्चों का स्कूल है, 250 फुटबॉल प्ले करते हैं, 750 प्ले बैडमिंटन। इफ 50 स्टूडेंट प्ले बोथ द फुटबॉल एंड बैडमिंटन, द नंबर ऑफ स्टूडेंट हु प्ले नाइदर गेम। देखो जी बहुत ईजी है, देखो 50 तो दोवां दे विच कॉमन आ गए, फुटबॉल ते बैडमिंटन। 50 है तो फुटबॉल कुल किन्ने खेडते हैं? 250, तो 200 आ जाऊगा। बैडमिंटन खेडते हैं 750, तो ये कॉलम 700 होगा, ताई 750 बनने। तो 950 कुल बच्चे खेडते हैं, तो 50 बच्चे कोई भी गेम नहीं खेडते, तो आंसर की आ गया बी ऑप्शन। आगे देखो जी क्वेश्चन नंबर 74। पहला 120, 99, 80, 63, 48, मेरे ख्याल डिफरेंस नाल ही हो जाऊगा। पूरे डिफरेंस है जी 21 का, पूरे डिफरेंस है 19 का, पूरे डिफरेंस है 17 का, पूरे डिफरेंस है 15 का, अगे डिफरेंस होगा 13 का, मतलब कि 35। ये ऑप्शन है। लो जी अगे आप करते हैं क्वेश्चन नंबर 75। ऑन ए मॉर्निंग आफ्टर सनराइज, सूरज वॉज स्टैंडिंग फेसिंग ए पोल, सूरज एक पोल वाल फेस कर रहा सीगा। द शैडो ऑफ द पोल फेल्स राइट टू एग्जैक्टली टू हिज राइट, विच डायरेक्शन वाज सूरज फेसिंग। लो जी ये क्वेश्चन बहुत वधिया होंगे ने। देखो जी मॉर्निंग
ਆਫਟਰ ਸਨਰਾਈਜ਼ ਸੂਰਜ ਇੱਕ ਸਟੈਂਡਿੰਗ ਇੱਕ ਪੋਲ ਨੂੰ ਫੇਸ ਕਰ ਰਿਹਾ ਸੀ। ਮੰਨ ਲਓ ਜੀ ਉਰੇ ਦਾ ਪੋਲ ਲੱਗਿਆ ਹੋਇਆ ਤੇ ਉਰੇ ਸੂਰਜ ਹੈ, ਸੂਰਜ ਦਾ ਮੂੰਹ ਇੱਧਰ ਹੈ, ਆ ਪੋਲ ਲੱਗਿਆ। ਤਾਂ ਜੇ ਪੋਲ ਹੈ ਤਾਂ ਜੋ ਇਹਦੀ ਸ਼ੈਡੋ ਪਊਗੀ ਕਿੱਧਰ ਪਊਗੀ, ਜੇ ਸਨ ਮਾਰਨਿੰਗ ਟਾਈਮ ਦੇ ਜੋ ਸਨ ਹੈ ਉਹ ਈਸਟ ਵੱਲ ਦਾ, ਸ਼ੈਡੋ ਇਹਦੀ ਪਊਗੀ ਵੈਸਟ ਵੱਲ, ਸ਼ੈਡੋ ਇਹਦੀ ਵੈਸਟ ਵੱਲ ਪਊਗੀ। ਉਰੇ ਸ਼ੈਡੋ ਪੈ ਰਹੀ ਹੈ, ਮੰਨ ਲਓ ਆ ਸ਼ੈਡੋ ਹੈ ਪੋਲ ਦੀ, ਉਰੇ ਇੱਕ ਪੋਲ ਇਸ ਤਰ੍ਹਾਂ ਖੜਾ ਸਕਰੀਨ ਦੇ ਬਾਹਰ ਵਾਲੀ ਸਾਈਡ, ਠੀਕ ਹੈ ਜੀ। ਤਾਂ ਹੁਣ ਉਹਦੇ ਸ਼ੈਡੋ ਕਿਹਦੇ ਪੈ ਰਹੀ ਹੈ, ਉਸਦੇ ਐਗਜ਼ੈਕਟਲੀ ਟੂ ਦਾ ਰਾਈਟ, ਮਤਲਬ ਕਿ ਜੇ ਉਹ ਇਸ ਤਰ੍ਹਾਂ ਖੜਾ ਹੈ ਉਹਦੇ ਸ਼ੈਡੋ ਰਾਈਟ ਵੱਲ ਪੈ ਰਹੀ ਹੈ। ਇੱਥੇ ਹੋ ਸਕਦਾ ਜੀ ਖੜਾ ਹੋ, ਪਰ ਉਹਦਾ ਫੇਸ ਪੋਲ ਵੱਲ ਹੈ। ਤਾਂ ਜੇ ਉਰੇ ਹੋਊਗਾ ਉਹਦਾ ਫੇਸ, ਦੇਖੋ ਸ਼ੈਡੋ ਤਾਂ ਜੀ ਐਂ ਪੈਣੀ ਹੈ, ਉਹਦੇ ਰਾਈਟ ਤੇ ਕਿਵੇਂ ਆਊਗੀ, ਮਤਲਬ ਕਿ ਸੂਰਜ ਉਹਦੇ ਲੈਫਟ ਤੇ ਹੋਊਗਾ ਸ਼ੈਡੋ ਦੇ, ਤਾਂ ਇੱਧਰ ਹੋਊਗਾ, ਸੂਰਜ ਇੱਧਰ ਦੇਖ ਰਿਹਾ ਹੋਊਗਾ, ਉਹਦੇ ਰਾਈਟ ਤੇ ਫਿਰ ਇੱਧਰ ਹੋ ਜਾਊਗਾ। ਉਹਦੇ ਰਾਈਟ ਤੇ ਸ਼ੈਡੋ ਹੈ, ਮਤਲਬ ਕਿ ਆਪਾਂ ਐਂ ਚੈੱਕ ਕਰ ਰਹੇ ਹਾਂ, ਮੰਨ ਲਓ ਸੂਰਜ ਉਰੇ ਹੈ, ਉਹਦੇ ਰਾਈਟ ਇੱਧਰ ਹੋ ਗਿਆ। ਪਹਿਲਾਂ ਪੋਲ ਇੱਕ ਆਪਾਂ ਦੇਖ ਲਈਏ, ਪੋਲ ਦੀ ਸ਼ੈਡੋ ਵੈਸਟ ਵਿੱਚ ਪੈ ਰਹੀ ਹੈ ਤੇ ਸੂਰਜ ਦੇ ਰਾਈਟ ਤੇ ਹੈ। ਤਾਂ ਜੇ ਸੂਰਜ ਦਾ ਫੇਸ ਇੱਧਰ ਹੈ, ਆਪਾਂ ਚੈੱਕ ਕਰ ਲੈਂਦੇ ਜੀ ਹੁਣੀ ਬਣਾ ਕੇ, ਸ਼ੈਡੋ ਦਾ ਜੀ ਦੇਖੋ ਐਵੇਂ ਹੀ ਆਊਗੀ ਵੈਸਟ ਵੱਲ, ਇੱਧਰ ਆਪਣਾ ਈਸਟ ਹੈ, ਇੱਧਰ ਵੈਸਟ, ਆਹ ਸ਼ੈਡੋ ਹੋ ਗਈ। ਹੁਣ ਸੂਰਜ ਦੇ ਰਾਈਟ ਤੇ ਸ਼ੈਡੋ ਕਿਵੇਂ ਪਊਗੀ, ਜੇ ਮੰਨ ਲਓ ਸੂਰਜ ਦਾ ਫੇਸ ਇੱਧਰ ਹੈ, ਇੱਧਰ ਹੋ ਨਹੀਂ ਸਕਦਾ, ਫਿਰ ਉਹਦੀ ਸ਼ੈਡੋ ਰਾਈਟ ਤੇ ਪੈ ਰਹੀ ਹੈ, ਰਾਈਟ ਉਹਦਾ ਇੱਧਰ ਹੈ, ਇਹ ਤਾਂ ਕੈਂਸਲ ਹੋ ਗਿਆ। ਜੇ ਸੂਰਜ ਦਾ ਫੇਸ ਇੱਧਰ ਹੈ ਤਾਂ ਸ਼ੈਡੋ ਉਹਦੇ ਰਾਈਟ ਤੇ ਹੋਗੀ, ਬਿਲਕੁਲ ਹੋਗੀ ਤਾਂ ਸਾਊਥ ਆਂਸਰ ਹੈ, ਸੂਰਜ ਦਾ ਫੇਸ ਸਾਊਥ ਵੱਲ ਆਊਗਾ। ਅੱਗੇ ਦੇਖੋ ਜੀ ਨੈਕਸਟ ਹੈ ਜੀ 골ਡ ਸਿਲਵਰ, ਕਾਟਨ ਦੇ ਨਾਲ ਕੀ ਆਊਗਾ। ਦੇਖੋ ਜੀ 골ਡ ਤੇ ਸਿਲਵਰ ਦੋਨੋਂ ਮੈਟਲਸ ਨੇ, ਕਾਟਨ ਦੇ ਨਾਲ ਕੀ ਆ ਸਕਦਾ, ਕਾਟਨ ਇੱਕ ਧਾਗਾ ਹੈ, ਮਤਲਬ ਕਿ ਇੱਕ ਫਾਈਬਰ ਹੈ, ਇਹ ਚੋਂ ਫਾਈਬਰ ਕਿਹੜਾ ਹੈ ਜੀ, ਫਾਈਬਰ ਦਾ ਫਾਈਬਰ ਹੀ ਹੈ, ਤਾਂ ਫਾਈਬਰ ਹੈ ਹੋ ਨਹੀਂ ਸਕਦਾ, ਸਿੰਥੈਟਿਕ ਹੈ, ਯਾਰਨ, ਤਾਂ ਰੇਸ਼ਮ ਇੱਕ ਫਾਈਬਰ ਹੈ, ਤਾਂ ਆਪਸ਼ਨ ਬੀ ਆਂਸਰ ਬਿਲਕੁਲ ਸਹੀ। ਨੈਕਸਟ ਹੈ ਜੀ ਚੂਜ਼ ਦਾ ਓਡ ਵਨ ਆਊਟ, ਕੁਐਸਚਨ ਨੰਬਰ 77। ਪਹਿਲਾ ਹੈਗਾ ਜੀ ਵੇਲ ਇੱਕ ਮੈਮਲ ਹੈ, ਮਤਲਬ ਵੇਲ ਇੱਕ ਜੋ ਹੈ ਉਹ ਮੈਮਲ ਹੈ, ਮਤਲਬ ਆਪਣੇ ਬੱਚਿਆਂ ਨੂੰ ਮਿਲਕ ਦਿੰਦੀ ਹੈ। ਸਲੈਂਡਰ ਇਨਸੈਕਟ ਹੈ, ਇਹ ਇੱਕ ਕੀੜਾ ਹੈਗਾ। ਫਰੋਗ ਕੀ ਹੈ, ਐਮਫੀਬੀਅਨ ਹੈ, ਮਤਲਬ ਕਿ ਪਾਣੀ ਤੇ ਬਾਹਰ ਅੰਦਰ ਦੋਏ ਰਹਿੰਦਾ ਹੈ, ਧਰਤੀ ਤੇ ਵੀ ਰਹਿ ਸਕਦਾ, ਪਾਣੀ 'ਚ ਵੀ ਰਹਿ ਸਕਦਾ। ਸਨੇਕ ਕੀ ਹੈ, ਇੱਕ ਰੈਪਟਿਲ ਹੈ। ਤਾਂ ਹੁਣ ਇਹ 'ਚੋਂ ਆਪਾਂ ਨੇ ਓਡ ਵਨ ਆਊਟ ਲੱਭਣਾ, ਕਿਵੇਂ ਲੱਭਾਂਗੇ। ਇਹ ਕੀੜਾ ਜੀ, ਇਹ ਇੱਕ ਜਿਹੜੇ ਜਾਨਵਰ ਰਹਿੰਦੇ ਹੁੰਦੇ ਨੇ, ਰੈਪਟਾਈਲ ਉਹ ਹੋ ਗਿਆ, ਤੇ ਐਮਫੀਬੀਅਨ ਹੈ। ਤਾਂ ਮਤਲਬ ਜਿਹੜਾ ਵੇਲ ਹੈ ਉਹਦੇ ਬਾਰੇ ਆਪਾਂ ਨੂੰ ਦਿੱਤਾ ਹੋਇਆ ਇਹਨਾਂ ਨੇ ਕਿ ਮੈਮਲ ਹੈ, ਤਾਂ ਇਹਦੇ ਵਿੱਚੋਂ ਕਿਹੜੀ ਕੈਟਾਗਰੀ ਦੇ ਵਿੱਚੋਂ ਇਹ ਬਾਹਰ ਜਾਣਗੇ। ਸਲੈਂਡਰ ਇਨਸੈਕਟ। ਤਾਂ ਮੈਨੂੰ ਇਹ ਕੁਐਸਚਨ ਵੈਸੇ ਥੋੜਾ ਜਿਹਾ ਟਫ ਲੱਗ ਰਿਹਾ ਹੈ, ਪਰ ਜੇ ਮੈਂ ਆਪਸ਼ਨ ਚੂਜ਼ ਕਰਨੀ ਹੋਈ ਤਾਂ ਮੈਂ ਦੇਖੋ ਸੀ ਤੇ ਡੀ ਤਾਂ ਨਹੀਂ ਆਉਂਦੀ ਹੈ, ਕਿਉਂਕਿ ਇਹ ਬਿਲਕੁਲ ਜਿਹੜੀ ਸੈਕਿੰਡ ਹੈ ਉਹ ਫਸਟ ਦੀ ਕੈਟਾਗਰੀ ਦੱਸ ਰਹੀ ਹੈ। ਤਾਂ ਇਨਸੈਕਟ ਮੈਨੂੰ ਇਹ ਆਪਸ਼ਨ ਥੋੜੀ ਜਿਹੀ ਔਡ ਲੱਗ ਰਹੀ ਹੈ, ਕਿਉਂਕਿ ਇਹੀ ਆਪਸ਼ਨ ਬਣਦੀ ਹੈ ਜੀ ਬੀ, ਮਤਲਬ ਕਿ ਏ ਤੇ ਡੀ ਤਾਂ ਨਹੀਂ ਮੈਨੂੰ ਲੱਗਦੀ, ਕਿਉਂਕਿ ਏ ਵੀ ਇਹਦੀ ਕੈਟਾਗਰੀ ਦੱਸ ਰਹੀ ਹੈ ਵੇਲ ਦੀ, ਐਮਫੀਬੀਅਨ ਵੀ ਫਰੋਗ ਦੀ ਕੈਟਾਗਰੀ ਦੱਸ ਰਹੀ ਹੈ, ਇਨਸੈਕਟਿਕ ਕੀੜਾ ਹੋ ਗਿਆ ਉਹਦੀ ਕੈਟਾਗਰੀ ਨਹੀਂ ਹੋਈ ਜੀ ਇਹ, ਤਾਂ ਇਹ ਬੀ ਆਪਸ਼ਨ ਲੱਗਦੀ ਹੈ ਜਿਸ 'ਚ ਕੋਈ ਹੈ। ਠੀਕ ਹੈ ਜੀ, ਅੱਗੇ ਦੇਖੋ ਜੀ ਕੁਐਸਚਨ ਨੰਬਰ 78। what will be the next term in the following series। following series जो है अपने को next term ਇਹਦੀ ਕਿਹੜੀ ਆਊਗੀ। ਤਾਂ ਪਹਿਲਾ ਕੀ ਹੈ ਜੀ 4, 196, 16, 144, 36, 164, ਇਹ 2 ਦਾ ਸਕੇਅਰ ਹੈ ਜੀ, ਇਹ 4 ਦਾ ਸਕੇਅਰ ਹੈ, 6 ਦਾ ਸਕੇਅਰ ਹੈ, 8 ਦਾ ਸਕੇਅਰ ਹੈ, 10 ਦਾ ਸਕੇਅਰ ਹੈ, 12 ਦਾ ਸਕੇਅਰ ਹੈ, ਇਹ ਕੀ ਦਾ ਸਕੇਅਰ ਹੈ, 14 ਦਾ ਸਕੇਅਰ ਹੈ। ਤਾਂ ਉਰੇ ਕੀ ਆਊਗਾ, ਜੇ 8 ਦਾ ਸਕੇਅਰ ਹੈ, ਸੌਰੀ ਜੇ 10 ਦਾ ਸਕੇਅਰ ਹੈ, ਦੇਖੋ ਜੀ ਉਰੇ ਹੈਗਾ 2 ਦਾ ਸਕੁਏਅਰ, ਫਿਰ 14 ਦਾ ਸਕੁਏਅਰ, ਫਿਰ 4 ਦਾ ਸਕੁਏਅਰ, ਫਿਰ 12 ਦਾ ਸਕੁਏਅਰ,
फिर 6 का स्केयर, फिर 10 का स्केयर, फिर 8 का स्केयर, फिर किसका स्केयर आऊगा 8 का स्केयर आऊगा 64 आ जाऊगा, क्योंकि 2 4 6 8 ठीक है जी। इधर आएगा पहले 14 12 10 फिर 8, 8 का स्केयर कितना आ जाएगा 64। विच ऑफ द फॉलोइंग वर्ड फॉलोइंग द पैटर्न ऑफ द फॉलोइंग सीरीज, एडवॉक, ईरी, ईवी, मतलब कि ਇਹਦਾ ਆਪਾਂ ਨੂੰ ਕੋਈ ਕੋਡਿੰਗ ਡੀ ਕੋਡਿੰਗ ਦਾ ਕੁਐਸਚਨ ਹੋ ਸਕਦਾ ਹੈ ਜੀ। ਇਹ देखो जी ठीक है, पहला डबल ए है, फिर डबल ई है, वोवल्स ने, फिर डबल आई डबल ओ, फिर डबल यू आऊगी, इन्नी गल तो क्लीयर है, होर ऑप्शन कोई है नहीं, तो ऑप्शन बी आंसर है। वोवल्स ने, डबल ए डबल ई डबल आई डबल ओ। क्वेश्चन 80, इन ए सर्टन कोड स्क्वायर ਨੂੰ ਆਪਾਂ ਐਵੇਂ ਲਿਖ ਲਿਆ, ਉਦੋਂ ਸਰਕਲ ਨੂੰ ਆਪਾਂ ਐਵੇਂ ਲਿਖ ਲਿਆ, ਤਾਂ ਰੈਕਟੈਂਗਲ ਨੂੰ ਕਹਿੰਦਾ ਕਿਵੇਂ ਲਿਖਾਂਗੇ। ਆਹ ਚੀਜ਼ ਪੁੱਛੀ ਇਹਨਾਂ ਨੇ ਆਪਾਂ ਨੂੰ, ਸਕੁਆਇਰ ਦੇ 6 ਅੱਖਰ ਨੇ ਤਾਂ ਇਹਦੇ ਵੀ 6 ਆ ਗਏ, ਸਰਕਲ ਦੇ 6 ਨੇ ਤਾਂ ਇਹਦੇ ਵੀ 6 ਆ ਗਏ, ਤਾਂ ਰੈਕਟੈਂਗਲ ਦੇ ਆਪਾਂ ਦੇਖਣਾ। ਤਾਂ ਦੇਖੋ ਐਸ ਨੂੰ 21 ਲਿਖਿਆ ਇਹਨਾਂ ਨੇ, ਈ ਨੂੰ ਕੀ ਲਿਖਿਆ 7, मतलब कि 2 ਵਧਾ ਕੇ ਲਿਖਿਆ, ਤਾਂ ਉਰੇ ਚੈੱਕ ਕਰਦੇ ਆਪਾਂ, ਈ ਦੇ ਉਰੇ 5 ਆਣਾ ਸੀ, ਇਹਨੂੰ ਵੀ 7 ਲਿਖਿਆ, ਤਾਂ ਉਰੇ ਵੀ ਲਾਸਟ ਵਿੱਚ 7 ਆਊਗਾ ਸਾਰੇ ਆਪਸ਼ਨ ਦੇ ਵਿੱਚ, ਉਰੇ ਵੀ 7 ਆਊਗਾ ਸੈਕਿੰਡ ਤੇ, ਇਹ ਆਪਸ਼ਨ ਕੈਂਸਲ ਹੋ ਗਈ। ਇਹਦਾ ਕੋਡ ਕਿੰਨਾ ਆਊਗਾ 3 ਆਊਗਾ, ਤਾਂ 3 ਹੈਗਾ। ਆਪਾਂ ਨੂੰ ਆਰ ਦਾ ਕੋਡ ਚੈੱਕ ਕਰਨਾ ਪਊ, ਆਰ ਦਾ ਉਰੇ ਕੋਡ 20 ਸੀ ਤਾਂ ਪਹਿਲਾਂ 20 ਆਊਗਾ, ਈ ਦਾ ਕੋਡ 7 ਆ ਗਿਆ, ਉਸ ਤੋਂ ਬਾਅਦ ਇਹ ਆਪਸ਼ਨ ਵੀ ਕੈਂਸਲ ਹੋ ਗਈ, ਕਿਉਂਕਿ ਸੀ ਦਾ ਕੋਡ 5 ਆਊਗਾ, ਇਹ ਆਪਸ਼ਨ ਕੈਂਸਲ ਹੋ ਗਿਆ। ਦੋ ਬਚ ਗਈਆਂ, ਕਿਹੜੀ ਡਿਫਰੈਂਟ ਆ ਡਿਫਰੈਂਟ ਹੈ, ਉਰੋਂ ਚੈੱਕ ਕਰ ਦਿੰਦੇ ਹਾਂ ਜੀ ਆਪਾਂ। ਕਿੰਨਵਾਂ ਲੈਟਰ ਹੈ 4th, ਟੀ ਲਿਖਿਆ ਹੋਇਆ, ਤਾਂ ਟੀ ਦਾ ਕੋਡ ਕੀ ਆਊਗਾ ABCD। देखो जी एस का कोड 21 है, SPQR ST, तो यदा कोड 22 आना चाहिए, तो डी ऑप्शन कैंसिल होगी, सिर्फ बी ऑप्शन बच गई। अगे देखो जी क्वेश्चन नंबर 81, 81 च है जी अपने को, जे ए अटैच का कोड BUUBD आई है, तो पीस का कोड की होगा। देखो जी ए तो बाद बी आता है, टी तो बाद यू आता है, एक एक अखर अपन अगे जाना है, पी तो बाद क्या हुआ होगा, लो जी ऑप्शन बी पहले ही मिल गया। अगे देखो जी क्वेश्चन नंबर 82, each vowel of the word adjective is substituted with the next letter of English alphabetical series and consonant substituted with the previous preceding it. How many vowels are present in the new arrangement? देखो जी vowel चेक करने ने, ਜਿਹੜਾ ਤਾਂ vowel है कॉन्सोनेंट ਨੂੰ ਤਾਂ ਪਿਛਲੇ ਨਾਲ ਕਰਨਾ ਹੈ, ਵੋਵਲ ਨੂੰ ਆਪਾਂ ਨੇ ਨੈਕਸਟ ਨਾਲ ਕਰਨਾ, ਤਾਂ ਇਹਦਾ ਬੀ ਬਣ ਜੂ, ਵੋਵਲ ਹੈ ਨਹੀਂ, ਡੀ ਦਾ ਈ ਬਣ ਜੂ, ਇੱਕ ਵੋਵਲ ਆ ਬਣ ਜੂ, ਜੇ ABCD EFG H ਇਹ ਵੀ ਨਹੀਂ ਬਣਦਾ, ਸੌਰੀ ਇਹਦਾ ਪਿਛਲਾ ਹੋਊਗਾ, ਆਪਾਂ ਦੁਬਾਰੇ ਗਲਤ ਕਰ ਗਏ। ਦੇਖੋ ਇਹਦਾ ਵੋਵਲ ਹੈ, ਇਹਦਾ ਤਾਂ ਬੀ ਬਣੂਗਾ, ਡੀ ਦਾ ਸੀ ਬਣੂਗਾ, ਇਹ ਵੀ ਨਹੀਂ ਵੋਵਲ ਬਣਦਾ, ਜੇ ਹੈ ਇਹ ਵੋਵਲ ਨਹੀਂ ਹੈਗਾ, ABCD EFG H ABCD EFG H I, ਇਹਦਾ I ਬਣ ਜੂਗਾ, ਇਹ ਇੱਕ ਵੋਵਲ ਆ ਗਿਆ। ਉਹਦੇ ਵਿੱਚ E ਹੈ, ਇਹਦਾ D ਬਣ ਜੂਗਾ, F ਬਣ ਜੂਗਾ, ਸੌਰੀ C ਦਾ B ਬਣ ਜੂਗਾ, T ਦਾ S ਬਣ ਜੂਗਾ, S I ਦਾ J ਬਣ ਜੂਗਾ, V ਦਾ U ਬਣ ਜੂਗਾ, E ਦਾ F ਬਣ ਜੂ, मतलब कि 2 ਵੋਵਲ ਆਉਣਗੇ, ऑप्शन C है। आगे देखो जी क्वेश्चन नंबर 83, व्हाट विल बी द नेक्स्ट नंबर इन द फॉलोइंग सीरीज। पहला की है जी 8 तो 10 बन गया, फिर 4 ऐड हो गए, फिर 4 का पूरे 18 ऐड हुए। पहला देखो जी 2 ऐड हुए, फिर 6 ऐड हुए, आप 3 ਨਾਲ मल्टीप्लाई की 6 ती 18 ऐड करते, फिर 54 ऐड करांगे जी, तो 34 के 54 कितने बन गए 88 बन गए, ऑप्शन सी है। लो जी अगे 84 आ गया, A1 C3 F6 बिल्कुल आसान है जी, ਇਹਦਾ ਤਾਂ ਆਪਾਂ ਨੇ ਚੈੱਕ ਕਰਨਾ ਵੀ ਕਿਹੜਾ ਲੈਟਰ ਉਹਦੇ ਨਾਲ ਮੈਚ ਕਰਦਾ। ਦੇਖੋ ਜੀ ABCD, ਆਪਾਂ Z ਚੱਕ ਲੈਣਾ, UVWXYZ, ਇਹਦਾ ਕੋਡ 26, ਇਹਦਾ 25,
24 23 22 21 U ਦਾ 21 ਬਣਦਾ ਤਾਂ STUT ਦਾ 20 ਬਣਦਾ T20 ਆਪਸ਼ਨ ਸੀ ਆਂਸਰ U ਦਾ ਵੀ 21 ਬਣਦਾ ਇਹ ਵੀ ਚੈੱਕ ਕਰਨਾ ਪਊਗਾ ਹੁਣ U ਆਊਗਾ ਕਿ T ਆਊਗਾ देखो जी पहला A ਦਾ 1 है आ 3 है आ 6 है ये 10 है ये 15 है उरे 2 ਦਾ ਗੈਪ है उरे 3 ਦਾ ਗੈਪ है उरे 4 ਦਾ ਗੈਪ है उरे 5 ਦਾ ਗੈਪ है उरे 6 ਦਾ ਗੈਪ ਆਊਗਾ 21 ਵਾਲਾ ਆਪਸ਼ਨ ਚੱਕਣੀ ਪਊਗੀ U21 ਸਹੀ ਆਨਸਰ ਹੈ ਇਹ ਵੀ ਇਹ 'ਚ ਪ੍ਰੋਬਲਮ ਸੀ ਕਿਉਂਕਿ ਕਾਫੀ ਆਪਸ਼ਨਸ ਮੈਚ ਕਰਦੀਆਂ ਅੱਗੇ ਦੇਖੋ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 85 X was born on March 6 ਜਿਹੜਾ X ਹੈ 6 ਮਾਰਚ ਨੂੰ ਬੋਰਨ ਹੋਇਆ the same year Independence Day was celebrated on Friday मतलब कि 15 ਅਗਸਤ ਨੂੰ ਫਰਾਈਡੇ ਸੀਗਾ ਤਾਂ ਆਪਾਂ ਨੇ ਡੇ ਪਤਾ ਕਰਨਾ X ਦਾ ਕੀ ਹੋਊਗਾ 6 ਮਾਰਚ ਚਲੋ ਵੀ ਚੈੱਕ ਕਰਦੇ ਹਾਂ ਕੋਈ ਵੀ ਦਿਨ ਹੋਊਗਾ 6 ਮਾਰਚ ਨੂੰ ਤਾਂ ਹੁਣ ਆਪਾਂ ਕੀ ਕਰਦੇ ਆਂਗੇ ਡੇਜ਼ ਪਤਾ ਕਰਦੇ ਹਾਂ ਆਪਾਂ ਨੰਬਰ ਆਫ ਔਡ ਡੇਜ਼ 6 ਮਾਰਚ ਤੋਂ ਬਾਅਦ ਦੇਖੋ ਜੀ 6 ਮਾਰਚ ਨੂੰ ਹੈ ਤਾਂ 7 13 ਮਾਰਚ ਨੂੰ ਵੀ ਸੇਮ ਡੇ ਹੈ ਚਲੋ ਆਪਾਂ ਐਵੇਂ ਚੈੱਕ ਕਰਦੇ ਹਾਂ ਨੰਬਰ ਆਫ ਔਡ ਡੇਜ਼ ਕਿੰਨੇ ਨੇ ਇਹਦੇ ਵਿੱਚ ਤਾਂ 15 ਦਿਨ ਤਾਂ ਇਹ ਹੋ ਗਏ ਅਗਸਤ ਦੇ ਇਦੋਂ ਬਾਅਦ ਕਿਹੜਾ ਮੰਥ ਹੈ ਜੁਲਾਈ 31 ਦਿਨ ਜੂਨ 30 ਦਿਨ ਉਦੋਂ ਬਾਅਦ ਉਦੋਂ ਪਹਿਲਾਂ ਮਈ 31 ਦਿਨ ਅਪ੍ਰੈਲ 30 ਦਿਨ ਹੁਣ ਆਪਾਂ ਜੇ ਆਪਾਂ ਦੇਖੀਏ 1 ਅਪ੍ਰੈਲ ਤੋਂ ਲੈ ਕੇ 15 ਅਗਸਤ ਤੱਕ ਕਿੰਨੇ ਦਿਨ ਬਣ ਗਏ 6 7 ਦਿਨ 6 9 10 ਤੇ ਦਿਨ 13 137 ਦਿਨ ਬਣ ਗਏ 7 ਤੇ ਡਿਵਾਈਡ ਕਰਦੇ ਹਾਂ 7 दूनी 14 7 एकम 7 ਪਿੱਛੇ ਬਚ ਗਏ 6 67 7 9 63 4 ਔਡ ਡੇ ਆ ਗਏ ਮਤਲਬ ਕਿ 1 ਅਪ੍ਰੈਲ ਨੂੰ ਤੋਂ 15 ਅਗਸਤ ਤੱਕ 1 ਅਪ੍ਰੈਲ ਦਾ ਜੇ ਮੰਡੇ ਹੋਊਗਾ ਤਾਂ 11 ਦਾ ਮੰਡੇ ਹੋਊਗਾ 15 ਦਾ ਫਰਾਈਡੇ ਹੋਊਗਾ 1 ਅਪ੍ਰੈਲ ਨੂੰ ਮੰਡੇ ਸੀਗਾ ਮਤਲਬ ਕਿ 30 ਮਾਰਚ ਨੂੰ ਕੀ ਸੀਗਾ ਸੰਡੇ ਸੀਗਾ 23 ਮਾਰਚ ਨੂੰ ਵੀ ਕੀ ਹੋਊਗਾ ਸੰਡੇ ਹੋਊਗਾ 16 ਮਾਰਚ ਨੂੰ ਵੀ ਸੰਡੇ ਹੋਊਗਾ 9 ਮਾਰਚ ਨੂੰ ਵੀ ਸੰਡੇ ਹੋਊਗਾ 8 ਦਾ ਸ਼ਨੀਵਾਰ 7 ਦਾ ਸ਼ੁੱਕਰਵਾਰ 6 ਦਾ ਵੀਰਵਾਰ ਅੱਗੇ ਦੇਖੋ ਜੀ ਕੁਐਸਚਨ ਨੰਬਰ 86 How many rights are granted under right to freedom? Right ਇਹ ਜੀਕੇ ਦੇ ਕੁਐਸਚਨ ਸਟਾਰਟ ਹੋ ਗਏ ਜੀ ਆਪਣੇ ਕੋਲ ਰੀਜ਼ਨਿੰਗ ਇੱਥੇ ਤੱਕ ਸੀਗਾ ਠੀਕ ਹੈ ਜੀ ਇੱਥੇ ਤੱਕ ਆਪਾਂ ਨੇ ਕਵਰ ਕਰ ਚੁੱਕੇ ਹਾਂ ਤਾਂ ਨੈਕਸਟ ਜੋ ਪੇਪਰ ਆਉਣਗੇ ਮੈਂ ਸਾਰੇ ਪੇਪਰ ਜੋ ਵੀ ਪੰਜਾਬ ਦੇ ਹੋ ਰਹੇ ਨੇ ਆਪਾਂ ਤੁਹਾਨੂੰ ਸੋਲਵ ਕਰਾਂਗੇ ਥੈਂਕ ਯੂ